तू एटम दी धूड़ विचाले सुट चानण दी उठ वे उठण दा वेला उठ किसाना उठ केतिया उठ वे उठण दा वेला। ਉੱਠ ਕਿਸਾਨਾਂ ਸੁੱਤਿਆ ਹੁਣ ਉੱਠਣ ਦਾ ਵੇਲਾ। ਸੋ ਦੂਜਿਆਂ ਨੂੰ ਜਗਾਉਂਦਾ ਜਗਾਉਂਦਾ ਅੱਜ ਉਹ ਖੁਦ ਸਦਾ ਦੀ ਨੀਂਦ ਸੌਂ ਗਿਆ। ਸਾਨੂੰ ਮਾਣ ਹੈ ਸਾਡੇ ਬਜ਼ੁਰਗ ਤੇ ਵੀ ਉਹ ਬਜ਼ੁਰਗ ਹੁੰਦੇ ਹੋਏ ਵੀ ਉਸ ਮੋਰਚੇ 'ਚ ਇੰਨੀ ਦੇਰ ਉਹ ਡਟੇ ਰਹੇ, ਇੰਨੀ ਉਹ ਠੰਡ ਦੇ ਵਿੱਚ ਡਟੇ ਰਹੇ। ਉਹਨਾਂ ਨੂੰ ਸ਼ਾਇਦ ਉੱਥੇ ਠੰਡ ਲੱਗ ਗਈ। ਮੈਂ ਫੌਜ ਦੇ ਵਿੱਚ ਜਾ ਰਿਹਾ ਸੀਗਾ। ਉਸ ਦਿਨ ਮੈਨੂੰ ਕਹਿੰਦੇ ਬਸ ਪੁੱਤਰਾ 4 ਸਾਲ ਲਵਾਣੇ ਨੇ ਤੇਰੇ ਫੌਜ ਦੇ ਵਿੱਚ, ਬਸ 4-5 ਸਾਲ ਦੇ ਵਿੱਚ ਆਪਾਂ ਕੇਸ ਜਿੱਤ ਜਾਣੇ ਨੇ। ਔਰ ਫੌਜ ਛੱਡ ਕੇ ਰਿਟਾਇਰਮੈਂਟ ਹੋ ਕੇ ਵੀ ਆ ਗਏ ਆ, ਲੇਕਿਨ ਉਹਨਾਂ ਦੇ ਕੇਸ ਅਜੇ ਤੱਕ ਉਹੀ ਪੈਂਡਿੰਗ ਚੱਲ ਰਹੇ ਨੇ। ਕੇਸ ਤੇ ਕੇਸ, ਕੇਸ ਤੇ ਕੇਸ, ਕੇਸ ਤੇ ਕੇਸ। ਆ ਵੀ ਕੇਸ ਜਿੱਤ ਗਏ ਔਰ ਹਾਰਿਆ ਕੋਈ ਵੀ ਕੇਸ ਨਹੀਂ ਅਜੇ ਤੱਕ। ਹੁਣ ਸੁਣਿਓ ਭਾਜੀ ਹੋਰਾਂ ਦੱਸਣਗੇ। ਵੀਰ ਜੀ ਦੱਸਿਓ ਜੀ ਕਿਵੇਂ ਉਹ ਗੰਦੇ ਸਿਸਟਮ ਦੀ ਭੇਟ ਚੜੇ, ਸ਼ੁਰੂ ਤੋਂ ਦੱਸਿਓ ਕਹਾਣੀ ਕੀ ਹੋਈ, ਕਿਉਂ ਇੰਨਾ ਮਤਲਬ ਕਿ ਉਹਨਾਂ ਨੂੰ ਦੁਖੀ ਕੀਤਾ ਗਿਆ ਜੀ। ਉਹਨਾਂ ਨੇ ਆਪਣੇ ਆਪ ਨੂੰ ਇੱਕ ਸੱਚਾ ਸਾਬਤ ਕਰਨ ਲਈ ਵੀ ਹਾਂ ਮੈਂ ਸੱਚਾ, ਮੈਂ ਬੇਦਾਗ ਹਾਂ, ਆਪਣੇ 40 ਸਾਲ ਲਗਾਤਾਰ ਸਰਕਾਰ ਨਾਲ ਕੇਸ ਲੜਿਆ। ਕਾਨੂੰਨ ਹੈ ਨਾ ਉਹ ਗਰੀਬ ਆਦਮੀ ਲਈ ਨਹੀਂ ਹੈਗਾ, ਕਾਨੂੰਨ ਸਿਰਫ ਅਮੀਰ ਆਦਮੀ ਲਈ ਆ। ਮੈਨੂੰ ਯਾਦ ਆ ਮੇਰਾ ਬਾਪ ਕਿਸੇ ਕੋਲੋਂ ਪੈਸੇ ਮੰਗ ਰਿਹਾ ਸੀਗਾ ਤਰੀਕ 'ਤੇ ਜਾਣਾ, ਔਰ ਮੈਂ ਕਦੇ ਕਿਸੇ ਮੰਦਿਰ ਦੇ ਵਿੱਚ ਕਦੇ ਕਿਸੇ ਗੁਰਦੁਆਰੇ ਦੇ ਵਿੱਚ ਅਰਦਾਸ ਕਰਨੀ, ਰੱਬਾ ਇਸ ਵਾਰ ਮੇਰੇ ਪਾਪਾ ਦਾ ਤਰੀਕ ਪੈ ਰਹੀ ਆ, ਤੁਸੀਂ ਇਸ ਵਾਰ ਮੇਰੇ ਪਾਪਾ ਦਾ ਸਾਥ ਦਿਓ। ਔਰ ਲਾਸਟ ਟਾਈਮ 'ਤੇ ਆ ਕੇ ਕੇਸ ਜਿੱਤ ਕੇ ਵੀ ਉਹ ਇੱਕ ਕਿਸਮ ਦਾ ਹਾਰ ਕੇ, ਹੁਣ ਕਦ ਫੈਸਲਾ ਹੋਊਗਾ। ਉਹਨਾਂ ਦੇ ਮਰਨ ਤੋਂ ਬਾਅਦ 3 ਵਾਰ ਕੇਸ ਜਿੱਤ ਚੁੱਕੇ ਉਹ। ਹਰ ਵਾਰ ਕੇਸ ਜਿੱਤਣ ਤੋਂ ਬਾਅਦ ਹਰ ਵਾਰ ਇੱਕ ਨਵਾਂ ਕੇਸ ਉਹਨਾਂ ਦੇ ਉੱਤੇ ਪੈ ਜਾਂਦਾ ਸੀ। ਮੈਂ ਤਾਂ ਜੀ ਸਲਾਮ ਕਰੂੰਗਾ। ਮੈਂ ਜਿੰਨੀ ਵੀ ਜੰਗ ਲਿਜਰੇਸ਼ਨ ਹੈ, ਜਿੰਨੇ ਵੀ ਜੰਗ ਨੇ, ਮੈਂ ਉਹਨਾਂ ਨੂੰ ਕਹੂੰਗਾ ਹੁਮ ਹਮਾ ਕੇ ਪਹੁੰਚੋ ਉੱਥੇ ਧਰਨੇ 'ਤੇ। ਮੈਂ ਵੀ ਆ ਰਿਹਾ ਉਹਨਾਂ ਦੀਆਂ ਅਰਥੀਆਂ ਲੈ ਕੇ, ਤੁਸੀਂ ਵੀ ਆਓ। ਮੋਦੀ ਸਰਕਾਰ ਕੋਈ ਵੀ ਜਿਹੜੀ ਗੰਦੇ ਸਿਸਟਮ ਹੈਗਾ ਉਹਦੀਆਂ ਜੜ੍ਹਾਂ ਹਿਲਾ ਦਿਓ, ਇੰਨੀਆਂ ਕੁ ਜੜ੍ਹਾਂ ਹਿਲਾ ਦਿਓ ਕਿ ਤਾਂ ਕਿ ਪਤਾ ਲੱਗ ਜਾਵੇ ਵੀ ਜਿਹੜੇ ਸਿਸਟਮ ਗੰਦਾ ਸਿਸਟਮ ਹੈ ਉਹਦੀ ਭੇਟ ਨਾ ਕਿਸਾਨ ਚੜ੍ਹਨ, ਨਾ ਸਾਡੇ ਵਰਗੇ ਜਿੰਨੇ ਵੀ ਅਸੀਂ 3 ਪੁੱਤ ਬੈਠੇ ਆ, ਨਾ ਮਜ਼ਦੂਰ ਚੜ੍ਹਨ। ਆ ਚੂਹੇ ਖਾ ਗਏ ਜੀ, ਆ ਗੌਰਮੈਂਟ ਖਾ ਗਈ। ਆ ਦੇਖ ਲਓ ਫਾਈਲਾਂ ਨੂੰ, ਆ ਗੌਰਮੈਂਟ ਖਾ ਗਈ, ਚੂਹੇ ਖਾ ਗਏ, ਮਤਲਬ ਕਿ ਗਲ ਗਈਆਂ। ਆਹ ਹਾਲ ਹੈ ਗੌਰਮੈਂਟ ਦਾ। ਸਾਡੇ ਬਾਪ ਨੂੰ ਪਰ ਇਨਸਾਫ ਨਹੀਂ ਮਿਲਿਆ ਹੈਗਾ, ਜੋ ਮਿਲਣਾ ਚਾਹੀਦਾ ਉਹ ਮਿਲਿਆ ਨਹੀਂ। ਪਰ ਫਾਈਲਾਂ ਤੇ ਫਾਈਲਾਂ ਖਰਾਬ ਹੋ ਗਈਆਂ, ਜੰਗ ਲੱਗ ਗਈ, ਪਾਣੀ ਲੱਗ ਗਿਆ। ਮੈਂ ਇੱਕ ਇਮਾਨਦਾਰ ਬੰਦੇ ਦੀ ਹੁਣ ਮਿਸਾਲ ਦਿਖਾਉਣਾ। ਇਹਨਾਂ ਦਾ ਘਰ ਦੇਖੋ ਬਾਈ ਜੀ ਹੋਰਾਂ ਦਾ, ਰਵੀ ਜੀ ਦਾ ਘਰ ਦੇਖਣ ਉਹ ਸਰਕਾਰਾਂ, ਇਹ ਮਹਿਲ ਨਹੀਂ ਪਿਆ ਹੋਇਆ, ਇਸ ਨੂੰ ਬਾਹਰੋਂ ਪਲਾਸਟਰ ਨਹੀਂ ਕੀਤਾ ਹੋਇਆ। ਇਹ ਅਸੀਂ ਕਿਤੇ ਹੋਰ ਥਾਂ ਨਹੀਂ ਬੈਠੇ, ਰਵੀ ਜੀ ਦੇ ਘਰ ਬੈਠੇ ਹਾਂ, ਤਾਕੀ ਵੇਖੀ ਜਾਵੇ, ਦਿਖਾਈ ਜਾਵੇ ਜੀ। ਮੈਨੂੰ ਅੱਜ 35 ਸਾਲ ਹੋ ਗਏ। ਮੈਂ 86 ਸਾਲ ਦੀ ਆਂਗਨਵਾੜੀ ਵਿੱਚ ਨੌਕਰੀ ਕਰਦੀ ਹਾਂ ਅਤੇ 4 ਸਾਲ ਮੈਨੂੰ 70 ਸਾਲ 'ਚ ਹੋਣ 'ਚ ਰਹਿੰਦੇ ਨੇ। ਪਰ ਮੈਂ ਇਸ ਜਿਹੜੇ 4 ਸਾਲ ਹੈ ਲੋਕਾਂ ਦੀ ਸੇਵਾ ਕਰਦੀ ਜ਼ਰੂਰ ਪੂਰਾ ਕਰੂੰਗੀ। ਬਸ ਮੈਨੂੰ ਤੁਸੀਂ ਕਰਦੇ ਹੋ ਜੋਬ? ਹਾਂਜੀ ਮੈਂ ਇਹ ਕਰਦੀ ਹਾਂ।
ਪੋਲੀਓ ਵੀ ਹੋਇਆ ਵਾ ਤੁਹਾਡੀ ਲੱਤ ਨੂੰ? ਜੀ ਮੇਰੀ ਲੱਤ ਨੂੰ ਪੋਲੀਓ ਹੋਇਆ ਵਾ। ਉਹ ਕਾਨੂੰਨਾਂ ਬਾਰੇ ਕਹਿੰਦੇ ਸੀਗੇ ਵੀ ਇਹ ਗੰਦਾ ਕਾਨੂੰਨ ਜਿਹੜਾ ਲਾਗੂ ਹੋ ਗਿਆ, ਇਹ ਪੰਜਾਬ 'ਚ ਲਾਗੂ ਨਹੀਂ ਹੋ ਸਕਦਾ। ਇਹ ਸਿੱਖ ਭਰਾ ਬੈਠੇ ਨੇ, ਤੁਸੀਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਜੀ, ਤੇ ਪਰ ਭਾਜਪਾ ਵਾਲੇ ਲਗਾਤਾਰ ਕਹਿ ਰਹੇ ਨੇ ਜੀ ਸਿੱਖਾਂ ਦਾ ਮੋਰਚਾ, ਇਹ ਤਾਂ ਮਤਲਬ ਕਿ ਹਿੰਦੂ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣਾ ਚਾਹੁੰਦੇ ਨੇ, ਭੜਕਾਉਣਾ ਚਾਹੁੰਦੇ ਨੇ। ਤੁਹਾਨੂੰ ਕੀ ਲੱਗਦਾ? ਨਹੀਂ ਜੀ ਨਹੀਂ, ਮੈਂ ਇਹਨੂੰ ਬਿਲਕੁਲ ਆਰਗੂਮੈਂਟ ਕਰਦਾ ਇਸ ਟੌਪਿਕ ਤੇ। ਪਹਿਲਾਂ ਅੰਗਰੇਜ਼ ਅਹਿਮਦ ਸ਼ਾਹ ਅਬਦਾਲੀ ਲੁੱਟ ਗਿਆ, ਫਿਰ ਅੰਗਰੇਜ਼ ਲੁੱਟ ਗਏ, ਫਿਰ ਹੁਣ ਜਿੰਨੇ ਵੀ ਅੰਬਾਨੀ ਅੰਡਾਨੀ ਆ ਜਿੰਨੇ ਵੀ ਮਤਲਬ ਕਿ ਵੱਡੇ ਵੱਡੇ ਪੋਲੀਟਿਕਸ ਹੈਗੇ ਨੇ ਜਾਂ ਵੱਡੇ ਵੱਡੇ ਰਾਜਨੇਤਾ ਜਿਹੜੇ ਚੋਰ। ਇਹ ਲੜਾਈ ਕਿਸੇ ਧਰਮ ਦੀ ਨਹੀਂ ਹੈ, ਇਨਸਾਨਾਂ ਦੀ ਲੜਾਈ ਹੈ ਹੈਵਾਨਾਂ ਦੇ ਨਾਲ। ਯੋਧੇ ਹੁੰਦੇ ਨੇ ਉਹ ਲੋਕ, ਸੂਰਮੇ ਹੁੰਦੇ ਨੇ ਉਹ ਬੰਦੇ ਜਿਹੜੇ ਦੂਜਿਆਂ ਨੂੰ ਜਗਾਉਂਦੇ ਜਗਾਉਂਦੇ ਖੁਦ ਤੁਰ ਜਾਂਦੇ ਨੇ। ਤੇ ਇੱਕ ਅਜਿਹਾ ਹੀ ਸੂਰਮਾ, ਅਜਿਹਾ ਹੀ ਯੋਧਾ ਸੀ ਰਵਿੰਦਰਪਾਲ, ਰਵੀ ਵਰਮਾ ਜੀ, ਜਿਨ੍ਹਾਂ ਨੂੰ ਤੁਸੀਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਹੁਣ ਵੇਖ ਰਹੇ ਹੋ। ਰਵਿੰਦਰ ਗਰੇਵਾਲ ਜੀ ਦੇ ਵੱਲੋਂ ਇੱਕ ਪੋਸਟ ਪਾਈ ਜਾਂਦੀ ਹੈ ਤੇ ਉਹਨਾਂ ਦੀ ਮੌਤ ਦੀ ਖਬਰ ਦਿੱਤੀ ਜਾਂਦੀ ਹੈ, ਪਰ ਕੁਝ ਦਿਨ ਪਹਿਲਾਂ ਰਵਿੰਦਰ ਗਰੇਵਾਲ ਉਹਨਾਂ ਦੇ ਨਾਲ ਇੱਕ ਵੀਡੀਓ ਪਾਉਂਦੇ ਨੇ। ਕਿਸਾਨਾਂ ਨੂੰ, ਕਿਰਤੀ ਲੋਕਾਂ ਨੂੰ ਜਾਗਣ ਦੇ ਲਈ ਸੁਨੇਹਾ ਦਿੰਦੇ ਨੇ ਰਵੀ ਵਰਮਾ ਜੀ। ਉੱਠ ਕਿਸਾਨਾਂ ਸੁੱਤਿਆ, ਹੁਣ ਉੱਠਣ ਦਾ ਵੇਲਾ। ਸੋ ਦੂਜਿਆਂ ਨੂੰ ਜਗਾਉਂਦਾ ਜਗਾਉਂਦਾ ਅੱਜ ਉਹ ਖੁਦ ਸਦਾ ਦੀ ਨੀਂਦ ਸੌਂ ਗਏ। ਇੱਕ ਹਫ਼ਤੇ ਤੋਂ ਲਗਾਤਾਰ ਕਿਸਾਨੀ ਸੰਘਰਸ਼ 'ਚ ਡਟੇ ਰਹੇ ਰਵੀ ਜੀ। ਸੋ ਖੰਨਾ ਦੇ ਪਿੰਡ ਇੱਕੋ ਲਾਹਾ ਦੇ ਰਹਿਣ ਵਾਲੇ ਰਵੀ ਦੇ ਪਰਿਵਾਰ ਦੇ ਵਿੱਚ ਅੱਜ ਅਸੀਂ ਆਏ ਹਾਂ। ਉਹਨਾਂ ਦੇ 3 ਪੁੱਤਰ ਨੇ, ਪਤਨੀ ਨੇ, ਪਿੱਛੇ ਪਰਿਵਾਰਕ ਮੈਂਬਰਾਂ ਨੂੰ ਛੱਡ ਗਏ ਨੇ ਉਹ, ਪਰ ਅਸੀਂ ਉਹਨਾਂ ਨੂੰ ਸਲਾਮ ਕਰਦੇ ਹਾਂ, ਪ੍ਰਣਾਮ ਕਰਦੇ ਹਾਂ, ਕਿਉਂਕਿ ਅਜਿਹੇ ਲੋਕ ਬਹੁਤ ਘੱਟ ਹੁੰਦੇ ਨੇ। ਬਹੁਤ ਘੱਟ ਲੋਕ ਹੁੰਦੇ ਨੇ ਜਿਹੜੇ ਦੂਜਿਆਂ ਦੇ ਲਈ ਜੀਵਨ ਜਿਉਂਦੇ ਨੇ। ਦੂਜਿਆਂ ਦੇ ਲਈ ਕਿਉਂ? ਕਿਉਂਕਿ ਹੁਣ ਆਪਾਂ ਕਹਿ ਰਹੇ ਹਾਂ ਵੀ ਜ਼ਮੀਨਾਂ ਬਚਾਉਣ ਦੇ ਲਈ, ਬਹੁਤ ਸਾਰੇ ਲੋਕ ਕਹਿ ਰਹੇ ਨੇ ਜ਼ਮੀਨਾਂ ਬਚਾਉਣ ਦੇ ਲਈ ਕਿਸਾਨ ਡਟੇ ਹੋਏ ਨੇ, ਪਰ ਉਹ ਖੇਤੀ ਨਹੀਂ ਕਰਦੇ ਸੀਗੇ। ਉਹਨਾਂ ਨੂੰ ਪਤਾ ਸੀ ਵੀ ਮਸਲਾ ਜਿਹੜਾ ਹੈਗਾ ਇਹ ਬਈ ਰੋਟੀ ਦਾ ਮਸਲਾ ਹੈ ਇਹ, ਇਸ ਕਰਕੇ ਉਸੇ ਮਸਲੇ ਨੂੰ ਕਰਕੇ ਲੋਕਾਂ ਨੂੰ ਜਗਾਉਣ ਦੇ ਲਈ ਪਹੁੰਚੇ ਹੋਏ ਸਨ ਰਵੀ ਜੀ। ਪਰ ਬੀਤੀ ਕੱਲ੍ਹ ਉਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਨੇ। ਉਹਨਾਂ ਦੇ ਪੁੱਤਰ ਸਾਡੇ ਨਾਲ ਨੇ, ਪਰਿਵਾਰ ਨਾਲ ਹੈ, ਤੇ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਸ਼ੁਭ ਨਾਮ ਜੀ ਪ੍ਰਦੀਪ ਕੁਮਾਰ ਹੈ। ਪ੍ਰਦੀਪ ਜੀ, ਪਿਤਾ ਜੀ ਚਲੇ ਗਏ, ਬਹੁਤ ਦੁੱਖ ਵੀ ਹੋਇਆ ਪਰ ਮਾਣ ਪਹਿਲਾਂ, ਕਿਉਂਕਿ ਮਾਣ ਇਸ ਕਰਕੇ ਦੂਜਿਆਂ ਨੂੰ ਜਗਾਉਣ ਦੇ ਲਈ, ਜਾਂ ਜੋ ਉੱਥੇ ਅਸੀਂ ਉਹਨਾਂ ਦੇ ਵਿਚਾਰ ਦੇਖੇ ਸੁਣੇ ਤਾਂ ਉਸ ਤੋਂ ਤਾਂ ਅਸੀਂ ਉਹਨਾਂ ਨੂੰ ਇੱਕ ਯੋਧਾ ਮੰਨਦੇ ਹਾਂ ਤੇ ਇਸ ਨੂੰ ਸ਼ਹੀਦ ਦਾ ਦਰਜਾ ਦਿੰਦੇ ਹਾਂ ਜੀ। ਮੈਨੂੰ ਹਮੇਸ਼ਾ ਮੇਰੇ ਫਾਦਰ ਤੇ, ਆਪਣੇ ਫਾਦਰ ਸਾਹਿਬ ਤੇ ਮਾਣ ਹੈ। ਤੇ ਉਹਨਾਂ ਨੇ ਜੋ ਲਾਸਟ ਸ਼ਬਦ ਜਿਹੜੇ ਬੋਲੇ ਸੀਗੇ ਰਵਿੰਦਰ ਗਰੇਵਾਲ ਜੀ ਨਾਲ, ਉੱਠ ਕਿਸਾਨਾਂ ਸੁੱਤਿਆ, ਹੁਣ ਉੱਠਣ ਦਾ ਵੇਲਾ। ਤੇ ਮੈਂ ਸਾਰੀ ਜੰਗ ਜਿੰਨੇ ਵੀ ਹੈਗੇ ਨੇ ਆਪਣੇ ਇਸ ਦੁਨੀਆ ਤੇ ਕਿਸਾਨ ਭਾਈ, ਮੈਂ ਉਹਨਾਂ ਨੂੰ ਸਾਰਿਆਂ ਨੂੰ ਇੱਕ ਮੈਸੇਜ ਦਿੰਦਾ, ਤੁਸੀਂ ਉੱਠੋ, ਆਓ ਇਸ ਮੋਰਚੇ ਤੇ। ਕੱਲ੍ਹ ਨੂੰ 9 ਤਰੀਕ ਹੈ, ਕੱਲ੍ਹ ਨੂੰ ਮੈਂ ਉਹਨਾਂ ਦੇ ਫੁੱਲ ਚੁੱਕ ਕੇ, ਅਸੀਂ ਉਹਨਾਂ ਦੇ ਕੱਲ੍ਹ ਨੂੰ 8 ਤਰੀਕ ਹੈ, ਅਸੀਂ ਉਹਨਾਂ ਦੇ ਫੁੱਲ ਚੁੱਕ ਕੇ ਅਸੀਂ ਧਰਨੇ ਤੇ ਜ਼ਰੂਰ ਪਹੁੰਚਾਂਗੇ। ਕਿ ਉਹਨਾਂ ਦੀ ਇੱਕ ਆਖਰੀ ਮੈਸੇਜ ਸੀਗਾ ਵੀ ਅਸੀਂ ਦਿੱਲੀ ਫਤਿਹ ਕਰਕੇ ਆਉਣੀ ਆ। ਸਾਨੂੰ 2 ਦਿਨ ਵਾਸਤੇ ਉਹ ਕਹਿ ਕੇ ਗਏ ਸੀਗੇ ਵੀ ਮੈਂ ਉੱਥੇ ਕਿਸਾਨ ਮੋਰਚੇ ਤੇ ਜਾਣਾ ਚਾਹੁੰਦਾ। ਤੇ ਅਸੀਂ ਕਿਹਾ ਸੀ ਕੋਈ ਗੱਲ ਨਹੀਂ ਜੀ। ਕਹਿੰਦੇ ਮੇਰੀ ਅੰਤਿਮ ਇੱਛਾ ਇਹੀ ਹੈ ਵੀ ਮੈਂ ਕਿਸਾਨ ਮੋਰਚੇ ਤੇ ਜਾਣਾ ਚਾਹੁੰਦਾ। ਤੇ ਉਹਨਾਂ ਦਾ ਇੱਕ ਪ੍ਰਣਾਮ ਸ਼ਹੀਦਾਂ ਨੂੰ,
ਜੋ ਉਹਨਾਂ ਨੇ ਪਾ ਕੇ ਗਏ ਸੀ ਲਾਸਟ ਟਾਈਮ, ਤੇ ਬਹੁਤ ਸਾਰੇ ਚੈਨਲਾਂ ਨੂੰ ਉਹਨਾਂ ਨੇ ਪਾ ਕੇ ਇੰਟਰਵਿਊ ਦਿੱਤੇ, ਆਪਣੀਆਂ ਕਵਿਤਾਵਾਂ ਸੁਣਾਈਆਂ, ਮੈਸੇਜ ਦਿੱਤੇ। ਰਵਿੰਦਰ ਗਰੇਵਾਲ ਜੀ ਨਾਲ ਉਹਨਾਂ ਨੇ ਇੱਕ ਉੱਠ ਕਿਸਾਨਾਂ ਸੁੱਤਿਆ ਹੁਣ ਉੱਠਣ ਦਾ ਵੇਲਾ, ਦੁਨੀਆ ਨੂੰ, ਪੂਰੀ ਦੁਨੀਆ ਨੂੰ ਮੈਸੇਜ ਦਿੱਤਾ, ਕਿਸਾਨਾਂ ਨੂੰ ਮੈਸੇਜ ਦਿੱਤਾ, ਯੰਗ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਮੈਸੇਜ ਦਿੱਤਾ ਵੀ ਤੁਸੀਂ ਵੀ ਆਓ, ਹੁਣੇ ਉੱਠਣ ਦਾ ਵੇਲਾ ਆ ਗਿਆ ਜੀ। ਤੇ ਸਾਨੂੰ ਮਾਣ ਹੈ ਸਾਡੇ ਬਜ਼ੁਰਗ ਤੇ, ਵੀ ਉਹ ਬਜ਼ੁਰਗ ਹੁੰਦੇ ਹੋਏ ਵੀ ਉਸ ਮੋਰਚੇ 'ਚ ਇੰਨੀ ਦੇਰ ਉਹ ਡਟੇ ਰਹੇ, ਇੰਨੀ ਉਹ ਠੰਡ ਦੇ ਵਿੱਚ ਡਟੇ ਰਹੇ। ਉਹਨਾਂ ਨੂੰ ਸ਼ਾਇਦ ਉੱਥੇ ਠੰਡ ਲੱਗ ਗਈ, ਜਿਸ ਕਾਰਨ ਜਦੋਂ ਉਹਨਾਂ ਨੇ ਮੈਨੂੰ ਦੱਸਿਆ ਵੀ ਮੈਂ ਇੱਥੇ ਬਿਮਾਰ ਹੋ ਗਿਆ, ਪਰ ਮੈਂ ਇੱਥੇ ਡਾਕਟਰਾਂ ਨੇ ਮੈਨੂੰ ਟੈਬਲੇਟ ਵਗੈਰਾ ਪ੍ਰੋਵਾਈਡ ਕਰਵਾਤੀ, ਜੋ ਉੱਥੇ ਸੀਗਾ ਰਹਿਣ ਦਾ ਪ੍ਰਬੰਧ ਸੀਗਾ, ਪਰ ਉਹ ਇੰਨਾ ਇੰਤਜ਼ਾਮ ਕਰਕੇ ਨਹੀਂ ਗਏ ਸੀਗੇ ਇੰਨੇ ਦਿਨ ਵਾਸਤੇ, ਪਰ ਫਿਰ ਵੀ ਉਹ ਇੰਨੇ ਦਿਨ ਡਟੇ ਰਹੇ। ਮੈਂ ਤਾਂ ਉਹਨਾਂ ਨੂੰ ਸਲਾਮ ਕਰਦਾ। ਅਸੀਂ ਵੀ ਸਲਾਮ ਕਰਦੇ ਹਾਂ। ਤੇ ਇੱਕ ਅਸੀਂ ਇੱਥੇ ਤਰਾਸ ਦੀ ਦੱਸਦੇ ਹਾਂ ਕਿ ਉਹ ਵੀ ਸਿਸਟਮ ਦੀ ਭੇਟ ਚੜੇ ਨੇ, ਉਹ ਵੀ ਗੰਦੀਆਂ ਸਰਕਾਰਾਂ ਦੇ ਸਤਾਏ ਹੋਏ ਸੀਗੇ ਰਵੀ ਜੀ, ਤੇ ਸਰਕਾਰ ਦੇ ਨਾਲ ਰੋਸ ਸੀ, ਦੁੱਖ ਸੀ, ਤੇ ਉਸ ਦੁੱਖ ਨੂੰ ਮਨ ਦੇ ਵਿੱਚ ਰੱਖ ਕੇ ਹੀ ਤੁਰ ਪਏ। ਤੇ ਬਹੁਤ ਸਾਰੇ ਅਜਿਹੇ ਲੋਕ ਨੇ ਜਿਹੜੇ ਗੰਦੀਆਂ ਸਰਕਾਰਾਂ ਦੇ ਕਾਰਨ ਅੱਜ ਉਹਨਾਂ ਗੰਦੀਆਂ ਸਰਕਾਰਾਂ ਦੀ ਸਿਸਟਮ ਦੀ ਭੇਟ ਚੜੇ ਹੋਏ ਨੇ, ਤੇ ਅੱਜ ਜੇਕਰ ਕਿਸਾਨ ਵੀ ਪੁੱਜੇ ਹੋਏ ਨੇ ਤਾਂ ਵੀ ਇਹ ਸਰਕਾਰਾਂ ਦੇ ਗੰਦੇ ਫੈਸਲਿਆਂ ਦਾ ਨਤੀਜਾ ਹੈ। ਜੇਕਰ ਰਵੀ ਜੀ ਨੂੰ ਅੱਜ ਉੱਥੇ ਠੰਡ ਦੇ ਵਿੱਚ ਜਾਣਾ ਪਿਆ ਤੇ ਆਪਣੀ ਜਾਨ ਗਵਾਉਣੀ ਪਈ ਤਾਂ ਵੀ ਇਹ ਗੰਦੇ ਸਿਸਟਮ ਦਾ ਨਤੀਜਾ ਹੈ। ਹੁਣ ਸੁਣਿਓ ਭਾਜੀ ਹੋਰਾਂ ਦੱਸਣਗੇ। ਵੀਰ ਜੀ ਦੱਸਿਓ ਜੀ ਕਿਵੇਂ ਉਹ ਗੰਦੇ ਸਿਸਟਮ ਦੀ ਭੇਟ ਚੜੇ, ਸ਼ੁਰੂ ਤੋਂ ਦੱਸਿਓ ਕਹਾਣੀ ਕੀ ਹੋਈ, ਕਿਉਂ ਇੰਨਾ ਮਤਲਬ ਕਿ ਉਹਨਾਂ ਨੂੰ ਦੁਖੀ ਕੀਤਾ ਗਿਆ ਜੀ। ਦੇਖੋ ਜੀ, ਜਿੰਨੇ ਵੀ ਆਪਣੇ ਕਿਸਾਨ ਭਰਾ ਨੇ, ਸਾਡੇ ਕੋਲ ਕੋਈ ਆਪਣੀ ਜ਼ਮੀਨ ਨਹੀਂ ਹੈਗੀ, ਸਾਡੇ ਕੋਲ ਕੋਈ ਆਪਣਾ ਕੁਛ ਨਹੀਂ ਹੈਗਾ। ਜਿੰਨੇ ਵੀ ਮੇਰੇ ਵੱਡੇ ਵੀਰ ਨੇ ਰਾਜਨ ਜੀ, ਰਜੇਸ਼ ਜੀ, ਸਾਨੂੰ ਜਦੋਂ ਅਸੀਂ ਛੋਟੇ ਸੀਗੇ, ਜਦੋਂ ਅਸੀਂ ਬਹੁਤ ਛੋਟੇ ਸੀਗੇ ਤਾਂ ਅਸੀਂ ਸੁਣਦੇ ਹੁੰਦੇ ਸੀਗੇ ਵੀ ਅਸੀਂ ਅੱਜ ਫਲਾਣੀ ਤਰੀਕ ਹੈ, ਸਾਨੂੰ ਪਤਾ ਨਹੀਂ ਹੁੰਦਾ ਸੀ ਵੀ ਇਹ ਕਿਹੜੇ ਸਿਸਟਮ ਦੀ ਭੇਟ ਚੜ ਗਏ ਨੇ। ਸਾਨੂੰ ਉਸ ਟਾਈਮ ਨਹੀਂ ਪਤਾ ਹੁੰਦਾ ਸੀ ਵੀ ਇਹ ਕਿਹੜੇ ਸਿਸਟਮ ਦੀ ਇਹ ਭੇਟ ਚੜ ਚੁੱਕੇ ਨੇ। ਬਸ ਬੇਟਾ ਜੀ ਮੈਂ ਫਲਾਣੀ ਤਰੀਕ ਤੇ ਜਾਣਾ, ਮੈਂ ਇੱਦਾਂ ਜਾਣਾ, ਉਹ ਤੋਂ ਪੈਸੇ ਫੜ ਲਏ, ਉਹ ਤੋਂ ਫੜ ਕੇ ਉੱਥੇ ਜਿੰਨਾ ਵੀ ਸੀਗਾ, ਅੱਜ ਵਕੀਲ ਨੂੰ ਪੈਸੇ ਦੇਣੇ ਨੇ, ਅੱਜ ਆਹ ਵਕੀਲ ਨੂੰ ਪੈਸੇ ਦੇਣੇ ਨੇ, ਅੱਜ ਲੁਧਿਆਣੇ ਤਰੀਕ, ਅੱਜ ਚੰਡੀਗੜ੍ਹ ਤਰੀਕ। ਅੱਜ ਤੋਂ 30 ਤੋਂ 35 ਸਾਲ 40 ਸਾਲ ਪਹਿਲਾਂ ਇੱਕ ਉਹਨਾਂ ਤੇ ਨੌਕਰੀ ਤੋਂ ਬਰਖਾਸਤ ਕਰਤਾ ਜੀ। ਖਾਲੀ ਬਾਰਦਾਨਾ ਮਿਸ ਹੋ ਗਿਆ ਸੀ, ਖਾਲੀ ਬਾਰਦਾਨਾ, ਬੋਰੀਆਂ ਦਾ ਬਾਰਦਾਨਾ ਮਿਸ ਹੋ ਗਿਆ ਸੀਗਾ ਲੇਜ਼ਰ ਦੇ ਵਿੱਚ। ਉਹ ਮਿਸਅੰਡਰਸਟੈਂਡਿੰਗ ਦੀ ਵਜ੍ਹਾ ਕਰਕੇ ਇਹ ਇਸ ਮਾੜੇ ਸਿਸਟਮ ਦੀ ਭੇਟ ਚੜ੍ਹ ਗਏ। ਅੱਜ ਕੇਸ ਜਿੱਤ ਗਏ, ਆਹ ਕੇਸ ਵੀ ਜਿੱਤ ਗਏ, ਹੁਣ ਮੈਨੂੰ ਨੌਕਰੀ ਤੇ ਬਹਾਲੀ ਮਿਲ ਜਾਣੀ ਆ, ਆਹ ਕੇਸ ਵੀ ਜਿੱਤ ਗਏ, ਫਿਰ ਕੇਸ ਪਾਤਾ, ਆਹ ਕੇਸ ਵੀ ਜਿੱਤ ਗਏ, ਉਮਰ ਦਾ ਕੇਸ ਪਾਤਾ, ਉਹ ਕੇਸ ਵੀ ਜਿੱਤ ਗਏ, ਹੁਣ ਸਾਨੂੰ ਨੌਕਰੀ ਤੇ ਬਹਾਲੀ ਹੋ ਜਾਣੀ ਆ। ਹੁਣ ਪੁੱਤਰੋ ਆਪਣੇ ਦਿਨ ਚੰਗੇ ਆਉਣੇ ਵਾਲੇ ਨੇ, ਹੁਣ ਤੁਹਾਨੂੰ ਬਹਾਲੀ ਹੋ ਜਾਣੀ ਹੈ। ਮੈਂ ਫੌਜ ਦੇ ਵਿੱਚ ਜਾ ਰਿਹਾ ਸੀਗਾ, ਉਸ ਦਿਨ ਮੈਨੂੰ ਕਹਿੰਦੇ ਬਸ ਪੁੱਤਰਾ 4 ਸਾਲ ਲਵਾਣੇ ਨੇ ਤੇਰੇ ਫੌਜ ਦੇ ਵਿੱਚ, ਬਸ 4-5 ਸਾਲ ਦੇ ਵਿੱਚ ਆਪਾਂ ਕੇਸ ਜਿੱਤ ਜਾਣੇ ਨੇ। ਔਰ ਫੌਜ ਛੱਡ ਕੇ ਰਿਟਾਇਰਮੈਂਟ ਹੋ ਕੇ ਵੀ ਆ ਗਏ ਆ, ਲੇਕਿਨ ਉਹਨਾਂ ਦੇ ਕੇਸ ਅਜੇ ਤੱਕ ਉਹੀ ਪੈਂਡਿੰਗ ਚੱਲ ਰਹੇ ਨੇ, ਕੇਸ ਤੇ ਕੇਸ। ਆ ਵੀ ਕੇਸ ਜਿੱਤ ਗਏ ਔਰ ਹਾਰਿਆ ਕੋਈ ਵੀ ਕੇਸ ਨਹੀਂ ਅਜੇ ਤੱਕ। ਤੁਸੀਂ ਫੌਜ ਦੀ ਨੌਕਰੀ ਕੀਤੀ ਹੈ? ਸਰ ਫੌਜ ਦੀ ਨੌਕਰੀ ਪੂਰੀ ਕਰਕੇ ਆਇਆ ਮੈਂ, 18 ਸਾਲ ਕਮਾਂਡੋ ਰਹਿ ਕੇ ਆਇਆ ਮੈਂ। ਤੇ ਦੇਸ਼ ਦੀ ਸੇਵਾ ਕਰਨ ਵਾਲਿਆਂ ਨੂੰ ਦੇਸ਼ ਨੇ ਕੀ ਦਿੱਤਾ? ਤੁਹਾਡੇ ਸਾਹਮਣੇ ਹੀ ਹੈ ਜੀ, ਸਾਰਾ ਕੁਝ ਤੁਹਾਡੇ ਸਾਹਮਣੇ ਹੀ ਹੈ। ਸਿਸਟਮ ਦੀ ਭੇਟ ਚੜ ਇਹ ਨਾ ਗੰਦੀਆਂ ਸਰਕਾਰਾਂ ਨੂੰ ਵੀ ਅਸੀਂ ਜ਼ਰੂਰ ਕਹਾਂਗੇ ਵੀ ਜਦੋਂ ਕੋਈ ਸ਼ਹੀਦ ਹੁੰਦਾ ਨਾ ਜਵਾਨ, ਜਾਂ ਕੋਈ ਸੂਰਮੇ ਵਾਲਾ ਕੰਮ ਕਰ ਦਿੰਦਾ, ਤਾਂ ਬਹੁਤ ਕੀਤਾ ਜਾਂਦਾ ਵੀ ਇਹ ਸਾਡੇ ਦੇਸ਼ ਦੀ ਸੇਵਾ ਕਰਦੇ ਨੇ, ਇਹਨਾਂ ਦਾ ਅਸੀਂ ਮਾਣ ਕਰਦੇ, ਸਤਿਕਾਰ ਕਰਦੇ ਹਾਂ। ਤੇ ਬਾਈ ਜੀ ਹੋਰੀ ਦੇਸ਼ ਦੀ ਸੇਵਾ ਕਰਕੇ ਆਏ ਨੇ ਤੇ ਪਿਤਾ ਨੂੰ ਠੋਕਰਾਂ ਖਾਣੀਆਂ ਪਈਆਂ ਨੇ। ਤੇ ਦੱਸਿਓ ਜੀ ਸਰਕਾਰਾਂ ਦੇ ਕਿਹੜੇ ਵਕੀਲ ਸੀ ਜਿਨ੍ਹਾਂ ਨੇ ਤੁਹਾਡਾ ਸਾਥ ਦਿੱਤਾ, ਤੇ ਕਿੰਨੇ ਸਾਲ ਸਿਸਟਮ ਦੇ ਨਾਲ ਲੜਦੇ ਰਹੇ? ਕੀ ਉਹਨਾਂ ਨੂੰ ਹੁਣ ਤੱਕ ਆਖਰੀ ਸਾਹ ਤੱਕ ਜਿੱਤ ਮਿਲੀ, ਜਾਂ ਉਹ ਮਨ ਦੇ ਵਿੱਚ ਹੀ ਉਹ ਸੰਤਾਪ ਨੂੰ ਲੈ ਕੇ ਤੁਰ ਪਏ ਜੀ? ਜਿੱਤੇ ਤਾਂ ਉਹ ਹਮੇਸ਼ਾ ਹੀ ਹੋਏ ਸੀਗੇ ਜੀ,
ਬਸ ਉਹ ਮਨ ਤੋਂ ਜਿੱਤੇ ਹੋਏ ਸੀ, ਆਪਣੇ ਉਹਨਾਂ ਨੇ ਕਦੇ ਮਨ ਨਹੀਂ ਹਾਰਿਆ। ਔਰ ਜਿਹੜਾ ਬੰਦਾ ਆਪਣੇ ਮਨ ਤੋਂ ਜਿੱਤਦਾ ਹੈ ਉਹਦੀ ਹਮੇਸ਼ਾ ਜਿੱਤੇ ਹੁੰਦੀ ਹੈ। ਮਨ ਜੀਤੇ ਜਗ ਜੀਤ ਹੈ। ਉਹ ਆਪਣੇ ਮਨ ਤੋਂ ਕਦੇ ਨਹੀਂ ਹਾਰੇ। ਉਹ ਹਮੇਸ਼ਾ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹ ਸੰਘਰਸ਼ ਕਰਦੇ ਰਹੇ ਨੇ ਸੱਚਾ ਸਾਬਤ ਕਰਨ ਲਈ। ਉਹਨਾਂ ਨੇ ਆਪਣੇ ਆਪ ਨੂੰ ਇੱਕ ਸੱਚਾ ਸਾਬਤ ਕਰਨ ਲਈ ਵੀ ਹਾਂ ਮੈਂ ਸੱਚਾ, ਮੈਂ ਬੇਦਾਗ ਹਾਂ। ਆਪਣੇ 40 ਸਾਲ ਲਗਾਤਾਰ ਸਰਕਾਰ ਨਾਲ ਕੇਸ ਲੜਿਆ। ਬਹੁਤ ਉਹਨਾਂ ਨੂੰ ਆਇਆ ਵੀ ਤੁਸੀਂ ਸਮਝੌਤਾ ਕਰ ਲਓ, ਇੰਨੇ ਰੁਪਏ ਲੈ ਲਓ। ਉਹ ਕਹਿੰਦਾ ਵੀ ਮੈਂ ਪੈਸੇ ਪਿੱਛੇ ਨਹੀਂ ਹੈਗਾ, ਮੈਂ ਆਪਣੇ ਨਾਮ ਪਿੱਛੇ। ਜਿਹੜਾ ਦਾਗ ਤੁਸੀਂ ਮੇਰੇ ਤੇ ਲਾਇਆ ਮੈਂ ਉਹਦੇ ਪਿੱਛੇ ਲੜ ਰਹੀ ਹਾਂ। ਪੈਸੇ ਤਾਂ ਮੈਂ ਕਮਾ ਲੂੰਗਾ, ਲੇਕਿਨ ਜਿਹੜਾ ਮੇਰੇ ਤੇ ਦਾਗ ਲੱਗਿਆ ਹੋਇਆ ਉਹ ਮੈਂ ਕਮਾ ਨਹੀਂ ਸਕਦਾ। ਮੈਂ ਉਹ ਦਾਗ ਧੋਣਾ, ਮੈਂ ਉਹ ਦਾਗ ਪਿੱਛੇ ਕੇਸ ਲੜ ਰਿਹਾ, ਮੈਂ ਪੈਸੇ ਪਿੱਛੇ ਕੇਸ ਨਹੀਂ ਲੜ ਰਿਹਾ। ਬਹੁਤ ਕਿਹਾ ਵੀ ਤੁਸੀਂ ਸਮਝੌਤਾ ਕਰ ਲਓ, ਤੁਹਾਨੂੰ 20 ਲੱਖ ਦੇ ਦਿੰਦੇ ਹਾਂ, ਤੁਹਾਨੂੰ 30 ਲੱਖ ਦੇ ਦਿੰਦੇ ਹਾਂ। ਨਹੀਂ ਕਹਿੰਦਾ ਮੈਂ ਪੈਸਾ ਨਹੀਂ ਲੈਣਾ, ਮੇਰੇ ਤੇ ਜਿਹੜਾ ਦਾਗ ਲੱਗਿਆ ਤੁਸੀਂ ਦੋ ਦਾਗ ਧੋ। ਤੁਹਾਡਾ ਕੀ ਨਾਮ ਹੈ ਭਾਜੀ? ਮੇਰਾ ਨਾਮ ਰਾਜਨ ਕੁਮਾਰ। ਰਾਜਨ ਭਾਈ ਜੀ, ਕੀ ਫਿਰ 40 ਸਾਲ ਜਿਹੜਾ ਕੇਸ ਲੜਿਆ ਕਿ ਉਹ ਇਹ ਸੰਤੁਸ਼ਟ ਹੋ ਕੇ ਗਏ ਵੀ ਬੇਸ਼ੱਕ ਮੈਂ ਉਹਨਾਂ ਨੂੰ ਮਨ ਨੂੰ ਤਾਂ ਪਤਾ ਸੀ, ਪਰ ਕੀ ਸਰਕਾਰਾਂ ਨੇ ਉਹ ਕੇਸ ਨੂੰ ਆਖਰੀ ਪੜਾਅ ਤੱਕ ਪਹੁੰਚਾਇਆ ਜਾਂ ਵਿੱਚੇ ਰੁਲਦਾ ਜੀ ਅਜੇ? ਮੇਰੇ ਹਿਸਾਬ ਨਾਲ ਜਿਹੜਾ ਕਾਨੂੰਨ ਹੈ ਨਾ ਉਹ ਗਰੀਬ ਆਦਮੀ ਲਈ ਨਹੀਂ ਹੈਗਾ। ਕਾਨੂੰਨ ਸਿਰਫ ਅਮੀਰ ਆਦਮੀ ਲਈ ਆ। ਗਰੀਬ ਆਦਮੀ ਤਾਂ ਇੱਕ ਨੇ ਧੱਕੇ ਖਾ ਕੇ ਮਰਦਾ। ਮੈਨੂੰ ਯਾਦ ਆ ਮੇਰਾ ਬਾਪ ਕਿਸੇ ਕੋਲੋਂ ਪੈਸੇ ਮੰਗ ਰਿਹਾ ਸੀਗਾ ਤਰੀਕ ਤੇ ਜਾਣਾ, ਔਰ ਮੈਂ ਕਦੇ ਕਿਸੇ ਮੰਦਿਰ ਦੇ ਵਿੱਚ, ਕਦੇ ਕਿਸੇ ਗੁਰਦੁਆਰੇ ਦੇ ਵਿੱਚ ਅਰਦਾਸ ਕਰਨੀ, ਰੱਬਾ ਇਸ ਵਾਰ ਮੇਰੇ ਪਾਪਾ ਦਾ ਤਰੀਕ ਪੈ ਰਹੀ ਆ, ਤੁਸੀਂ ਇਸ ਵਾਰ ਮੇਰੇ ਪਾਪਾ ਦਾ ਸਾਥ ਦਿਓ। ਔਰ ਲਾਸਟ ਟਾਈਮ 'ਤੇ ਆ ਕੇ ਕੇਸ ਜਿੱਤ ਕੇ ਵੀ ਉਹ ਇੱਕ ਕਿਸਮ ਦਾ ਹਾਰ ਕੇ, ਹੁਣ ਕਦ ਫੈਸਲਾ ਹੋਊਗਾ? ਉਹਨਾਂ ਦੇ ਮਰਨ ਤੋਂ ਬਾਅਦ 3 ਵਾਰ ਕੇਸ ਜਿੱਤ ਚੁੱਕੇ ਉਹ। ਹਰ ਵਾਰ ਕੇਸ ਜਿੱਤਣ ਤੋਂ ਬਾਅਦ ਹਰ ਵਾਰ ਇੱਕ ਨਵਾਂ ਕੇਸ ਉਹਨਾਂ ਦੇ ਉੱਤੇ ਪੈ ਜਾਂਦਾ ਸੀ ਵੀ ਹਾਂ। ਉਹ ਫਿਰ ਉਹਨਾਂ ਨੇ ਕਹਿਣਾ ਪੁੱਤ ਕੋਈ ਗੱਲ ਨਹੀਂ, ਚੱਲੂ, ਜਿੱਥੇ ਇੰਨੇ ਕੇਸ ਲੜ ਲਏ ਉੱਤੇ ਆਪਾਂ ਇੱਕ ਹੋਰ ਕੇਸ ਲੜ ਲਾਂਗੇ। ਮੇਰੇ ਹਿਸਾਬ ਨਾਲ ਇਹੋ ਜਿਹਾ ਇਨਸਾਫ ਕਿਸੇ ਨੂੰ ਨਾ ਮਿਲੇ। ਇਹਦੇ ਨਾਲੋਂ ਤਾਂ ਚੰਗਾ ਪਹਿਲਾਂ ਹੀ ਤਿਆਗ ਦੇਵੇ ਵੀ ਹਾਂ ਵੀ ਮੈਂ ਹੁਣ ਉਹਨਾਂ ਦੇ ਮਰਨ ਤੋਂ ਬਾਅਦ ਕੀ ਕਰਾਂਗੇ? ਪੈਸੇ ਨੂੰ ਕੀ ਕਰਾਂਗੇ? ਇਹੋ ਜਿਹੇ ਕੇਸ ਨੂੰ ਕੋਈ ਭਾਜੀ ਇਹ ਜਿਹਾ ਜੀ ਸਰਕਾਰ ਨੂੰ ਫਿਰ ਵੀ ਇਹ ਰਿਕੁਐਸਟ ਕਰਦੇ ਆ ਵੀ ਜਿਹੜੇ ਉਹਨਾਂ ਦੇ ਕੇਸ ਚੱਲ ਰਹੇ ਨੇ ਉਹ ਵਿੱਚ ਇਨਵੋਲਵ ਹੋ ਕੇ ਘੱਟੋ ਘੱਟ ਉਹਨਾਂ ਨੂੰ ਬਿਲਕੁਲ ਪੜ੍ਹਾ ਤੇ ਆਪਣੇ ਸਹੀ ਤਰੀਕੇ ਨਾਲ ਉਹ ਸਹੀ ਜਗ੍ਹਾ ਤੇ ਪਹੁੰਚਾਇਆ ਜਾਵੇ। ਬਸ ਸਾਡਾ ਇਹੀ ਸਰਕਾਰ ਨੂੰ ਰਿਕੁਐਸਟ ਹੈ ਵੀ ਜਿਹੜੇ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ ਉਹ ਕੇਸ ਕਿਸੇ ਨਾ ਕਿਸੇ ਤਰੀਕੇ ਨਾਲ ਖਤਮ ਹੋ ਜਾਣ ਔਰ ਉਹਨਾਂ ਦੇ ਉੱਤੇ ਜਿਹੜਾ ਦਾਗ ਲੱਗਿਆ ਹੋਇਆ ਸੀ ਉਹ ਮਿਟ ਜਾਵੇ। ਬਸ ਸਾਡੀ ਇਹੀ ਸਰਕਾਰ ਨੂੰ ਰਿਕੁਐਸਟ ਹੈ। ਮੈਂ ਆਰਮੀ ਦੇ ਵਿੱਚ ਸਰਵਿਸ ਕਰਕੇ ਆਇਆ, ਮੈਨੂੰ ਪਤਾ ਹੈ ਉਹਨਾਂ ਨੇ ਮੈਨੂੰ ਇਹੀ ਚੀਜ਼ ਸਿਖਾਈ ਹੈ, ਪੁੱਤਰ ਦੇਸ਼ ਦੀ ਸੇਵਾ ਕਰਨੀ ਹੈ। ਮੈਂ ਉੱਥੋਂ ਮੇਰਾ ਦਿਲ ਨਹੀਂ ਲੱਗ ਰਿਹਾ ਸੀ ਆਰਮੀ 'ਚ, ਮੈਂ ਤਾਂ ਉਸ ਵਕਤ ਹੀ ਭੱਜ ਕੇ ਆ ਜਾਣਾ ਸੀ। ਉਹਨਾਂ ਨੇ ਮੈਨੂੰ ਹੌਸਲਾ ਦਿੱਤਾ। ਮੈਂ ਕਿਹਾ ਪਾਪਾ ਜੀ 2 ਕਿਲੋ ਦੇ ਬੂਟ ਪੈਰ 'ਚ ਪਾ ਕੇ ਭੱਜਣਾ ਪੈਂਦਾ। ਉਹ ਕਹਿੰਦਾ ਪੁੱਤਰ 2 ਕਿਲੋ ਨਹੀਂ ਹੈਗਾ, 1 ਕਿਲੋ ਹੈ। ਇੱਕ ਇੱਧਰ ਪੈਂਦਾ ਔਰ ਇੱਕ ਇੱਧਰ ਪੈਂਦਾ, ਇੱਕ ਪੈਰ 'ਚ 1 ਕਿਲੋ ਬੂਟ ਪੈਂਦਾ, 2 ਨਹੀਂ ਪੈਂਦਾ ਹੈਗਾ। ਤੂੰ ਦੌੜ, ਮੈਂ ਤੇਰੇ ਨਾਲ ਆ। ਤੈਨੂੰ ਪਤਾ ਕੌਣ ਕਿਹਦਾ ਬੇਟਾ? ਤੂੰ ਰਵਿੰਦਰਪਾਲ ਦਾ ਬੇਟਾ। ਉਹ ਮੈਨੂੰ ਉੱਥੇ ਬੰਗਲੌਰ ਵਿੱਚ ਮੋਟੀਵੇਸ਼ਨ ਦੇਣ ਲਈ ਪਹੁੰਚੇ ਔਰ ਉਹਨਾਂ ਦੀ ਵਜ੍ਹਾ ਕਰਕੇ ਮੈਂ ਫੌਜ ਦੇ ਵਿੱਚ ਭਰਤੀ ਹੋਇਆ। ਪ੍ਰਦੀਪ ਬਾਈ ਜੀ, ਮੈਨੂੰ ਪਤਾ ਬਹੁਤ ਦੁੱਖ ਹੈ ਇਸ ਚੀਜ਼ ਦਾ, ਪਰ ਇੱਕ ਮਾਣ ਵਾਲੀ ਵੀ ਗੱਲ ਹੈ ਕਿਉਂਕਿ ਇੰਨਾ ਵੱਡਾ ਝਟਕਾ ਸਰਕਾਰ ਨੇ ਦੇ ਦੇਣਾ, ਬਰਖਾਸਤ ਕਰ ਦੇਣਾ, ਇੱਕ ਇਮਾਨਦਾਰ ਬੰਦੇ ਨੂੰ ਦਾਗੀ ਕਰ ਦੇਣਾ। ਵੈਸੇ ਤਾਂ ਥੱਕ ਟੁੱਟ ਜਾਂਦੇ ਆ, ਪਰ ਇਸ ਉਮਰ ਦੇ ਵਿੱਚ ਆਖਰੀ ਸਾਹਾਂ ਤੇ ਵੀ ਕਿਸਾਨੀ ਧਰਨੇ ਦੇ ਵਿੱਚ ਵੇਖਿਆ ਜੀ ਯੋਧੇ ਸੀ ਜੀ ਉਹ। ਮੈਂ ਤਾਂ ਜੀ ਸਲਾਮ ਕਰੂੰਗਾ। ਮੈਂ ਜਿੰਨੀ ਵੀ ਜੰਗ ਜਨਰੇਸ਼ਨ ਹੈ, ਜਿੰਨੇ ਵੀ ਜੰਗ ਨੇ, ਮੈਂ ਉਹਨਾਂ ਨੂੰ ਕਹੂੰਗਾ ਹੁਮ ਹਮਾ ਕੇ ਪਹੁੰਚੋ ਉੱਥੇ ਧਰਨੇ ਤੇ। ਮੈਂ ਵੀ ਆ ਰਿਹਾ ਉਹਨਾਂ ਦੀਆਂ ਅਰਥੀਆਂ ਲੈ ਕੇ, ਤੁਸੀਂ ਵੀ ਆਓ। ਮੋਦੀ ਸਰਕਾਰ ਕੋਈ ਵੀ ਜਿਹੜੀ ਗੰਦੇ ਸਿਸਟਮ ਹੈਗਾ ਉਹਦੀਆਂ ਜੜ੍ਹਾਂ ਹਿਲਾ ਦਿਓ, ਇੰਨੀਆਂ ਕਿ ਜੜ੍ਹਾਂ ਹਿਲਾ ਦਿਓ ਕਿ ਤਾਂ ਕਿ ਪਤਾ ਲੱਗ ਜਾਵੇ ਵੀ ਜਿਹੜੇ ਸਿਸਟਮ ਗੰਦਾ ਸਿਸਟਮ ਹੈ ਉਹਦੀ ਭੇਟ ਨਾ ਕਿਸਾਨ ਚੜ੍ਹਨ, ਨਾ ਸਾਡੇ ਵਰਗੇ ਜਿੰਨੇ ਵੀ ਅਸੀਂ 3 ਪੁੱਟ ਬੈਠੇ ਹਾਂ, ਨਾ ਮਜ਼ਦੂਰ ਚੜ੍ਹਨ। ਅਸੀਂ ਉਹ ਚੜ੍ਹਦੇ ਹਾਂ ਲੋਕ, ਗੰਦੇ ਸਿਸਟਮ ਦੀ ਭੇਟ ਅਸੀਂ ਲੋਕ ਚੜ੍ਹਦੇ ਹਾਂ। ਨਾ ਅੰਬਾਨੀ ਚੜ੍ਹਦਾ, ਨਾ ਕੋਈ ਅੰਡਾਨੀ ਚੜ੍ਹਦਾ, ਨਾ ਕੋਈ ਬੜਾ ਨੇਤਾ ਚੜ੍ਹਦਾ। ਗੰਦੇ ਸਿਸਟਮ ਦੀ ਭੇਟ ਜਿਹੜੇ ਚੜ੍ਹਦੇ ਨੇ ਤਾਂ ਆਪਣੇ ਵਰਗੇ ਲੋਕ ਚੜ੍ਹਦੇ ਨੇ, ਸਾਡੇ ਵਰਗੇ ਲੋਕ ਚੜ੍ਹਦੇ ਨੇ, ਇਮਾਨਦਾਰ ਲੋਕ ਚੜ੍ਹਦੇ ਨੇ। ਪਰ ਸਾਨੂੰ ਸਾਡੇ ਬਾਪ 'ਤੇ ਪੂਰਾ ਮਾਣ ਹੈ ਵੀ ਉਹ ਸਾਨੂੰ ਇਮਾਨਦਾਰੀ ਸਿਖਾ ਕੇ ਗਿਆ, ਚੰਗੇ ਸੰਸਕਾਰ ਦੇ ਕੇ ਗਿਆ। ਉਹ ਪੂਰੇ ਵਰਲਡ ਦੇ ਵਿੱਚ ਨਾਮ ਕਰਕੇ ਗਿਆ, ਆਪਣਾ ਸੰਘਰਸ਼ ਕਰਕੇ ਗਿਆ। ਉਹਨਾਂ ਨੇ ਕਵਿਤਾਵਾਂ ਜਿੰਨੀਆਂ ਵੀ ਉੱਥੇ ਮੀਡੀਆ ਦੇ ਵਿੱਚ ਗਾਈਆਂ, ਮੈਨੂੰ ਨਹੀਂ ਪਤਾ ਵੀ ਉਹ ਕਿਹਦੇ ਕੋਲ ਉਹਨਾਂ ਨੇ ਕਿਹੜੇ ਬੰਦਿਆਂ ਨੇ ਉਹਨਾਂ ਨਾਲ ਸੈਲਫੀਆਂ ਜਿਹੜੀਆਂ ਹੈਗੀਆਂ ਨੇ ਖਿਚਾਈਆਂ ਨੇ, ਕਿਹਦੀ ਬਦੌਲਤ।
ਇੱਕ ਸੋਚ ਦੀ ਇੱਕ ਚੰਗੀ ਸੋਚ ਦੀ ਬਦੌਲਤ ਕਹਿੰਦੇ ਪ੍ਰਣਾਮ ਸ਼ਹੀਦਾਂ ਨੂੰ, ਪਰ ਮੈਂ ਇਹਨਾਂ ਨੂੰ ਪ੍ਰਣਾਮ ਕਰਦਾ, ਅਸੀਂ ਇਹਨਾਂ ਨੂੰ ਪ੍ਰਣਾਮ ਕਰਦੇ ਆ ਵੀ ਇਹਨਾਂ ਦੀ ਅੰਤਿਮ ਜਿਹੜੀ ਸ਼ਾਂਤੀ ਹੈ ਉਹ ਉਦੋਂ ਮਿਲੂਗੀ ਜਦੋਂ ਇਹ ਗੰਦਾ ਸਿਸਟਮ ਆ ਨਾ, ਗੰਦਾ ਸਿਸਟਮ ਇਹ ਠੀਕ ਹੋ ਜਾਊਗਾ ਭਾਜੀ। ਪਰ ਉਹਦੇ ਲਈ ਇਹ ਨਹੀਂ ਹੈਗਾ ਵੀ ਸਰਕਾਰਾਂ ਨੂੰ ਮੂਹਰੇ ਆਉਣਾ ਪਊਗਾ, ਉਹਦੇ ਲਈ ਜੰਗ ਬੰਦਿਆਂ ਨੂੰ ਮੂਹਰੇ ਆਉਣਾ ਪਊਗਾ, ਚੰਗੀ ਸੋਚ ਮੂਹਰੇ ਆਉਣੀ ਪਊਗੀ, ਚੰਗੀ ਪੜ੍ਹਾਈ ਚੰਗੀ ਲਿਖਾਈ ਉਹ ਮੂਹਰੇ ਆਊਗੀ ਤਾਂ ਦੇ ਸਿਸਟਮ ਠੀਕ ਹੋਊਗਾ। ਨਹੀਂ ਤਾਂ ਉਹੀ ਕੋਰਟ ਕਚਹਿਰੀਆਂ, ਠੀਕ ਹੈ, ਬੰਦਾ ਬੜਾ ਬੰਦਾ ਛੋਟੇ ਬੰਦੇ ਨੂੰ ਦੱਬ ਲੈਂਦਾ, ਨਾ ਤਾਂ ਉਹਦੇ ਕੋਲ ਪੈਸੇ ਹੁੰਦੇ ਨੇ ਵੀ ਉਹ ਸਿਸਟਮ ਨਾਲ ਲੜ ਸਕੇ, ਨਾ ਉਹਦੇ ਕੋਲ ਪੈਰਾਂ 'ਚ ਜੁੱਤੀ ਹੁੰਦੀ ਹੈ। ਸਾਡੇ ਬਾਪ ਨਾਲ ਕੀ ਹੋਇਆ, ਉਹ ਜਿਹੜੀਆਂ ਜੁੱਤੀਆਂ ਸੀ ਨਾ, ਉਹ ਕਚਹਿਰੀਆਂ ਦੀਆਂ, ਉਹ ਕੋਰਟਾਂ ਦੀਆਂ ਜੁੱਤੀਆਂ ਜਦੋਂ ਉੱਥੇ ਜਾਂਦੇ ਸੀ ਉਹ ਘਸ ਗਈਆਂ। ਮੇਰੇ ਹੋਰ ਯਾਦ ਆਇਆ ਇੱਕ ਵਾਰ ਕਿੱਸਾ ਇਹੋ ਜਿਹਾ ਹੋਇਆ ਵੀ ਉਹ ਇਹ ਗੱਲ ਕਹਿ ਰਹੇ ਸੀ ਵੀ ਕਿਸੇ ਨਾਲ ਵੀ ਕਿਸੇ ਕੋਲ ਜੌਬ ਕਰਨ ਲੱਗ ਗਏ ਸੀਗੇ ਉਹ, ਵੀ ਮੈਨੂੰ ਖਤਰਾ ਹੋ ਗਿਆ ਵੀ ਉਹ ਲਿਖ ਕੇ ਨਾ ਦੇ ਦੇਵੇ ਵੀ ਹਾਂ ਵੀ ਇਹ ਮੇਰੇ ਕੋਲ ਜੌਬ ਕਰਦਾ। ਅੱਛਾ ਜੀ। ਇਹ ਸਰਕਾਰ ਦਾ ਸਿਸਟਮ ਇਹੋ ਜਿਹਾ ਦੇਖ ਲਓ ਵੀ ਜੇ ਬੰਦਾ ਕੋਈ ਰੋਟੀ ਖਾਣ ਲਈ, ਜੇ ਉਹਦੇ ਤੇ ਕੇਸ ਚੱਲਦਾ ਨਾ ਕੋਈ, ਉਹ ਰੋਟੀ ਖਾਣ ਲਈ ਕਿਸੇ ਪਾਸੇ ਕੰਮ ਕਰਦਾ ਤਾਂ ਉਹਦਾ ਵੀ ਉਹਨੂੰ ਖਤਰਾ ਪੈ ਗਿਆ ਤੇ ਵੀ ਕਿਤੇ ਇਹ ਨਾ ਲਿਖ ਕੇ ਦੇ ਦੇਣ ਵੀ ਇਹ ਜੌਬ ਕਰਦੇ, ਇਹਨੂੰ ਹਰਜਾਨਾ ਮਿਲਣਾ ਨਹੀਂ ਚਾਹੀਦਾ। ਇਹ ਸਰਕਾਰ ਦਾ ਗੰਦਾ ਸਿਸਟਮ ਦੇਖ ਲਓ ਵੀ ਆਪਣੇ ਬੱਚਿਆਂ ਦਾ ਢਿੱਡ ਭਰਨ ਲਈ, ਆਪਣਾ ਖਰਚਾ ਚਲਾਉਣ ਲਈ ਉਹ ਕਿਸੇ ਪਾਸੇ ਨੌਕਰੀ ਵੀ ਨਾ ਕਰੇ। ਇਹ ਮੈਂ ਹੈਰਾਨ ਹਾਂ। ਬਹੁਤ ਤਸ਼ੱਦਦ ਹੋਏ ਨੇ ਜੀ, ਬਹੁਤ ਤਸ਼ੱਦਦ ਹੋਏ ਨੇ ਉਹਨਾਂ ਨੇ, ਸਰਕਾਰ ਨੇ ਉਹਨਾਂ ਨੂੰ ਬਹੁਤ ਰੋਲਿਆ। ਮਾਰਕੀਟ ਕਮੇਟੀ ਦੇ ਵਿੱਚ ਉਹ ਜੌਬ ਕਰਦੇ ਸੀ, ਮਾਰਕੀਟ ਕਮੇਟੀ ਦੇ ਔਰ ਪ੍ਰਧਾਨ ਸੀਗੇ। ਮੈਂ ਮਾਰਕੀਟ ਕਮੇਟੀ ਦੇ ਮੈਂਬਰਾਂ ਨੂੰ, ਉਹਦੇ ਮੈਨੇਜਮੈਂਟ ਨੂੰ ਇਹ ਜ਼ਰੂਰ ਰਿਕੁਐਸਟ ਕਰੂੰਗਾ ਵੀ ਘੱਟੋ ਘੱਟ ਹੁਣ ਉਹਨਾਂ ਦੀ ਮੌਤ ਤੋਂ ਬਾਅਦ, ਉਹਨਾਂ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੂੰ ਜ਼ਰੂਰ ਬਹਾਲੀ ਦੇ ਦੇਣਾ। ਭਾਜੀ ਇਹ ਵੀ ਦੱਸਿਓ, ਜੇ ਸਰਕਾਰਾਂ ਨੇ ਇਹ ਕੰਮ ਕੀਤਾ, ਉੱਥੇ ਹੋਏ ਬਰਖਾਸਤ, ਤਾਂ ਜਿਹੜੇ ਨਾਲ ਦੇ ਸਾਥੀ ਸੀ, ਮਾਰਕੀਟ ਕਮੇਟੀ ਵਾਲੇ ਸੀ, ਉਹਨਾਂ ਨੇ ਕਿੰਨਾ ਕੁ ਸਹਿਯੋਗ ਕੀਤਾ? ਕਿੱਥੇ ਕਿੱਥੇ ਵਕੀਲ, ਜਦੋਂ ਕੇਸ ਵੀ ਪੈ ਗਿਆ ਤਾਂ ਕਿਹਨੇ ਮਦਦ ਕੀਤੀ, ਆਰਥਿਕ ਤੌਰ ਤੇ ਜਾਂ ਸਰੀਰਕ ਤੌਰ ਤੇ? ਕੀ ਕਿਸੇ ਨੇ ਮਦਦ ਕੀਤੀ ਜੀ? ਨਾਲ ਖੜਿਆ ਉਹਨਾਂ ਦੇ ਕੋਈ? ਦੇਖੋ ਜੀ, ਪਿੰਡ ਵਾਲੇ ਖੜੇ ਨੇ ਤੇ ਉਹਨਾਂ ਦੇ ਜਿੰਨੇ ਵੀ ਸਾਥੀ ਸੀਗੇ, ਦੋਸਤ ਸੀਗੇ, ਉਹ ਖੜੇ। ਇੱਕ ਸਾਡੇ ਸਰਬਜੀਤ ਸਿੰਘ ਐਡਵੋਕੇਟ ਬਿਲਿੰਗ ਵਕੀਲ, ਉਹਨਾਂ ਨੇ ਬਹੁਤ ਸਾਥ ਦਿੱਤਾ। ਸਾਰੀ ਫ੍ਰੀ ਦੇ ਵਿੱਚ ਉਹਨਾਂ ਨੇ ਕੇਸ ਲੜੇ ਉਹਨਾਂ ਦੇ। ਤੇ ਮਾਰਕੀਟ ਕਮੇਟੀ ਵਾਲੇ ਜੀ, ਉਹਨਾਂ ਨੇ ਕੇਸ ਤੇ ਕੇਸ ਪਾ ਕੇ ਉਹਨਾਂ ਦੀਆਂ ਜੁੱਤੀਆਂ ਘਸਾਤੀਆਂ ਜੀ। ਟੋਟਲ 45 ਕੇਸ ਲੜੇ ਨੇ ਉਹਨਾਂ ਨੇ ਇਸ ਜ਼ਿੰਦਗੀ ਦੇ ਵਿੱਚ। ਸੋ 45 ਕੇਸ ਲੜੇ ਨੇ। ਰਵੀ ਜੀ ਦੇ ਉੱਤੇ ਕੇਸ ਤੇ ਕੇਸ ਪਾਇਆ ਗਿਆ। ਤੇ ਮੈਂ ਇੱਕ ਇਮਾਨਦਾਰ ਬੰਦੇ ਦੀ ਹੁਣ ਮਿਸਾਲ ਦਿਖਾਉਣਾ। ਇਹਨਾਂ ਦਾ ਘਰ ਦੇਖੋ ਬਾਈ ਜੀ ਹੋਰਾਂ ਦਾ, ਰਵੀ ਜੀ ਦਾ ਘਰ ਦੇਖਣ ਉਹ ਸਰਕਾਰਾਂ, ਇਹ ਮਹਿਲ ਨਹੀਂ ਪਿਆ ਹੋਇਆ, ਇਸ ਨੂੰ ਬਾਹਰੋਂ ਪਲਸਤਰ ਨਹੀਂ ਕੀਤਾ ਹੋਇਆ। ਇਹ ਅਸੀਂ ਕਿਤੇ ਹੋਰ ਥਾਂ ਨਹੀਂ ਬੈਠੇ, ਰਵੀ ਜੀ ਦੇ ਘਰ ਬੈਠੇ ਆ। ਤਾਕੀ ਵੇਖੀ ਜਾਵੇ, ਦਿਖਾਈ ਜਾਵੇ ਜੀ। ਜੇਕਰ ਬੰਦਾ ਬੇਈਮਾਨ ਹੁੰਦਾ ਤਾਂ ਅੱਜ ਮਹਿਲ ਖੜੇ ਕਰ ਲੈਂਦਾ, ਪਰ ਗੰਦੀਆਂ ਸਰਕਾਰਾਂ ਦੀ ਭੇਟ ਚੜ੍ਹ ਗਏ। ਬੱਚਿਆਂ ਨੇ ਤਾਂ ਜੋ ਕੁਝ ਦੇਖਿਆ, ਪਰ ਜੋ ਸੰਤਾਪ ਨਾਲ ਮਾਤਾ ਜੀ ਨੇ ਭੋਗਿਆ ਹੋਊਗਾ ਉਹ ਮਾਤਾ ਜੀ ਦਾ ਦਿਲ ਜਾਣਦਾ ਹੈ। ਤੇ ਪਹਿਲਾਂ ਤਾਂ ਅਸੀਂ ਸਲਾਮ ਕਰਦੇ ਹਾਂ ਜੀ ਮਾਤਾ ਜੀ, ਵੀ ਤੁਹਾਨੂੰ ਵੀ ਮਾਣ ਹੋਣਾ ਚਾਹੀਦਾ। ਤੁਸੀਂ ਇੱਕ ਅਜਿਹੇ ਸ਼ਖਸ ਦੇ ਪਤਨੀ ਸੀਗੇ ਜੀ, ਜਿਨ੍ਹਾਂ ਨੇ ਇਮਾਨਦਾਰੀ ਕਰਕੇ ਵਿਕੇ ਨਹੀਂ ਆ। ਬੇਸ਼ੱਕ ਅੱਜ ਉਹ ਸਾਡੇ ਵਿੱਚ ਨਹੀਂ ਹੈ, ਪਰ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਜੀ। ਮੈਂ ਇੱਕ ਆਂਗਣਵਾੜੀ ਵਰਕਰ ਹੋ ਕੇ ਮੈਨੂੰ ਸਿਰਫ 250 ਰੁਪਇਆ ਪਹਿਲਾਂ ਮੈਨੂੰ ਮਿਲਦਾ ਸੀਗਾ। ਮੈਂ ਉਹ 250 ਰੁਪਏ ਨਾਲ ਪਰਿਵਾਰ ਦਾ ਖਰਚਾ ਚਲਾਉਂਦੀ ਸੀਗੀ, ਪਰ ਕਿਸੇ ਹੋਰ ਸਿਸਟਮ ਨਾਲ ਉਹਨਾਂ ਦਾ ਕੋਈ ਗੁਜ਼ਾਰਾ ਨਹੀਂ ਸੀਗਾ। ਫਿਰ ਥੋੜ੍ਹਾ 50-50 ਰੁਪਏ ਵੱਧਦੇ ਚਲੇ ਗਏ। ਚਲੋ ਪਰਿਵਾਰ ਮੇਰਾ ਪੜ੍ਹ ਲਿਖ ਗਿਆ, ਪਤਾ ਨਹੀਂ ਕਿਸ ਤਰ੍ਹਾਂ ਅਸੀਂ ਮਜ਼ਦੂਰੀ ਕਰੀ, ਕਿਸ ਤਰ੍ਹਾਂ ਕੀ ਕਰਿਆ। ਅਖੀਰ 96 ਸੰਨ 'ਚ ਇੰਟਰਵਿਊ ਹੋਈ ਸੁਪਰਵਾਈਜ਼ਰਾਂ ਦੀ। ਜਦੋਂ ਸੁਪਰਵਾਈਜ਼ਰਾਂ ਦੀ ਇੰਟਰਵਿਊ ਹੋਈ, ਕੈਪਟਨ ਅਮਰਿੰਦਰ ਉਸ ਦਿਨ ਰਿਟਾਇਰਮੈਂਟ, ਉਹਨਾਂ ਨੇ ਆਪਣਾ ਗੱਦੀ ਛੱਡ ਦਿੱਤੀ। ਦੂਜੇ ਦਿਨ ਬਾਦਲ ਦੀ ਹੋ ਗਈ ਸੀਗੀ, ਆਪਣੀ ਕੁਰਸੀ ਤੇ ਬੈਠ ਗਏ ਸੀਗੇ, ਮੁੱਖ ਮੰਤਰੀ ਬਣ ਗਏ। ਸਾਨੂੰ ਨਹੀਂ ਪਤਾ ਵੀ ਸਾਡਾ ਉਹ ਲਿਸਟ ਵਿੱਚ ਸਾਡੀ ਪੇਪਰ ਵੀ ਦਿੱਤੇ
ਤੇ ਇੰਟਰਵਿਊ ਵੀ ਦਿੱਤੀ। ਜੀ ਇਹ ਨਹੀਂ ਪਤਾ ਵੀ ਮੈਨੂੰ ਮੇਰਾ ਉਸ ਲਿਸਟ ਵਿੱਚ ਨੰਬਰ ਸੀਗਾ ਕਿ ਨਹੀਂ ਸੀਗਾ। ਉਹ ਦਫ਼ਤਰ ਵਾਲੇ ਜਾਣਦੇ ਹੋਣਗੇ, ਉਹ ਸਾਨੂੰ ਕੋਈ ਉਹ ਨਹੀਂ ਹੈ। ਕੋਈ ਇੱਕ ਲਿਸਟ ਜਿਹੜੀ ਬਣ ਜਾਂਦੀ ਹੈ ਜੀ ਤੇ ਇੱਕ ਰਾਤ ਦੇ ਵਿੱਚ ਉਹ ਦੂਜੇ ਦਿਨ ਕਿਵੇਂ ਬਦਲ ਜਾਂਦੀ ਹੈ, ਮੈਨੂੰ ਇਹ ਸਭ ਤੋਂ ਬੜਾ ਇਹ ਉਸ ਵੇਲੇ ਦੁੱਖ ਹੋਇਆ। ਤੇ ਮੇਰੀਆਂ ਜਿਹੜੀਆਂ ਭੈਣਾਂ ਸਿਲੈਕਟ ਹੋਈਆਂ ਸੀਗੀਆਂ ਤੇ ਉਹਨਾਂ ਦੀ ਕਟਿੰਗ ਹੋ ਗਈ ਤੇ ਉਹ ਫੈਸਲਾ ਅੱਜ ਤੱਕ ਸਾਨੂੰ ਕੁਝ ਨਹੀਂ ਪਤਾ ਲੱਗਿਆ। ਹੋ ਸਕਦਾ ਮੇਰਾ ਕੋਰਟ 'ਚ ਵੀ ਪੈਸਾ ਕੇਸ ਚੱਲਦਾ ਸੀਗਾ। ਮਤਲਬ ਕਿ ਇਕੱਲੇ ਅੰਕਲ ਜੀ ਨਹੀਂ, ਤੁਸੀਂ ਵੀ ਸਿਸਟਮ ਦੀ ਭੇਟ ਚੜੇ ਹੋਏ ਹੋ। ਹਾਂਜੀ, ਚੜਿਆ ਕਿ ਨਹੀਂ ਚੜੇ ਜੋ ਤਾਂ ਉਹ ਤਾਂ ਆਪਣੀਆਂ ਗੱਲਾਂ ਨੇ, ਪਰ ਮੈਨੂੰ ਅੱਜ 35 ਸਾਲ ਹੋ ਗਏ। ਮੈਂ 86 ਸਾਲ ਦੀ ਆਂਗਣਵਾੜੀ ਵਿੱਚ ਨੌਕਰੀ ਕਰਦੀ ਹਾਂ ਤੇ 4 ਸਾਲ ਮੈਨੂੰ 70 ਸਾਲ 'ਚ ਹੋਣ 'ਚ ਰਹਿੰਦੇ ਨੇ, ਪਰ ਮੈਂ ਇਸ ਜਿਹੜੇ 4 ਸਾਲ ਹੈ ਲੋਕਾਂ ਦੀ ਸੇਵਾ ਕਰਦੀ ਜ਼ਰੂਰ ਪੂਰਾ ਕਰੂੰਗੀ। ਬਸ ਮੈਨੂੰ ਤੁਸੀਂ ਕਰਦੇ ਹੋ ਜੋਬ? ਹਾਂਜੀ, ਮੈਂ ਇਹ ਕਰਦੀ ਹਾਂ ਤੇ ਕਦੇ ਵੀ ਕਿਸੇ ਬੰਦੇ ਨੇ ਮੈਨੂੰ ਗਲਤ ਮੇਰੀ ਰਿਪੋਰਟ ਨਹੀਂ ਦਿੱਤੀ। ਇਹ ਕਹਿੰਦੇ ਹੁੰਦੇ ਨੇ ਬਸ ਵੀ ਅਸੀਂ ਇਹਦੇ ਸਹਾਰੇ ਨਾਲ ਅਸੀਂ ਆਪਣਾ ਟਾਈਮ ਪਾਸ ਕਰੇ ਵੀ ਕਿਸੇ ਵੀ ਮੇਰੀ ਭੈਣ ਨੇ, ਕਿਸੇ ਮੇਰੇ ਭਾਈ ਨੇ, ਕਿਸੇ ਬੰਦੇ ਨੇ ਵੀ ਮੇਰੀ ਕੋਈ ਗਲਤ ਸ਼ਿਕਾਇਤ ਨਹੀਂ ਕੀਤੀ। ਹਰ ਕੋਈ ਕਹਿੰਦਾ ਸੀਗਾ ਅਸੀਂ ਇਹਨਾਂ ਦੇ ਸਹਾਰੇ ਵਧੀਆ ਟਾਈਮ ਪਾਸ ਕਰਦੇ ਹਾਂ, ਸਾਨੂੰ ਹਰ ਚੀਜ਼ ਵਧੀਆ ਤਰੀਕੇ ਨਾਲ ਜੁੜਦੀ ਆਂਗਣਵਾੜੀ 'ਚੋਂ। ਹਰ ਸੇਵਾ ਸਾਨੂੰ ਹਰ ਜੋ ਵੀ ਹੈ ਇਹਨਾਂ ਕੋਲੋਂ ਵਧੀਆ ਤਰੀਕੇ ਨਾਲ ਜੁੜਦੀ ਹੈ। ਪੋਲੀਓ ਵੀ ਹੋਇਆ ਵਾ ਤੁਹਾਡੀ ਲੱਤ ਨੂੰ? ਜੀ, ਮੇਰੀ ਲੱਤ ਨੂੰ ਪੋਲੀਓ ਹੋਇਆ ਵਾ ਤੇ ਮੈਂ ਪੋਲੀਓ ਦੇ ਕਦੇ ਪਰਵਾਹ ਨਹੀਂ ਮੰਨੀ, ਨਾ ਮੇਰੇ ਹਸਬੈਂਡ ਨੇ ਕਦੇ ਪਰਵਾਹ ਮੰਨੀ ਹੈ। ਉਹਨਾਂ ਨੇ ਸਾਡੀ ਕਦੇ ਤਕਰਾਰ ਨਹੀਂ ਇਸ ਮਸਲੇ 'ਤੇ ਹੋਈ। ਅਸੀਂ ਵਧੀਆ ਟਾਈਮ ਪਾਸ ਦੋਨੇ ਜੀ ਕਰਦੇ ਸੀਗੇ। ਪਤਾ ਨਹੀਂ ਸਾਨੂੰ ਰੱਬ ਨੇ ਕੀ ਬਖਸ਼ ਦਿੱਤੀ ਹੋਈ ਸੀ, ਕਦੇ ਅਸੀਂ ਪੈਸੇ ਦੀ ਕਮੀ ਮਹਿਸੂਸ ਨਹੀਂ ਕਰੀ, ਚਾਹੇ ਸਾਡੇ ਕੋਲ ਕੁਝ ਵੀ ਨਹੀਂ ਸੀਗਾ। ਤੇ ਮੈਂ ITI ਸਿਲਾਈ ਦਾ ਕੋਰਸ ਕੀਤਾ ਹੋਇਆ 2 ਸਾਲ ਦਾ, ਤੇ ਉਹ ਜੇ ਸਾਡਾ ਕੋਈ ਨਹੀਂ ਟਾਈਮ ਲੰਘਦਾ ਸੀਗਾ ਮੈਂ ਲੋਕਾਂ ਦੇ ਕੱਪੜੇ ਵੀ ਆਉਣਾ ਸਿਉਂਤੇ, ਜਿੰਨਾ ਟਾਈਮ ਸਿਉਂ ਸਕੀ ਮੈਂ ਸਿਉਂਤੇ। ਤੇ ਅੱਜ ਮੇਰੇ ਬੱਚੇ ਥੋੜ੍ਹੇ ਜਿਹੇ ਵੱਡੇ ਹੋ ਗਏ, ਆਪਣਾ ਕਮਾਉਣ ਲੱਗ ਗਏ ਤੇ ਮੈਂ ਆਪਣਾ ਸਿਰਫ ਆਂਗਣਵਾੜੀ ਦਾ ਕੰਮ ਕਰਦੀ ਹਾਂ। ਮਾਤਾ ਜੀ ਸਿਰ ਝੁਕਦਾ ਤੁਹਾਨੂੰ? ਅਸੀਂ ਬਸ ਜ਼ਰੂਰ ਅਸੀਂ ਸਿਰ ਝੁਕਾਉਂਦੇ ਹਾਂ। ਤੇ ਸਾਨੂੰ ਇਹ ਵੀ ਦੱਸਿਓ, ਜਦੋਂ ਉਹ ਤਰੀਕਾਂ ਤੇ ਜਾਂਦੇ ਸੀਗੇ ਅੰਕਲ ਜੀ, ਤਾਂ ਪਿੱਛੇ ਬੱਚਿਆਂ ਨੂੰ ਤੁਸੀਂ ਕਿਸ ਤਰ੍ਹਾਂ ਸੰਭਾਲਦੇ? ਕਿਉਂਕਿ ਤੁਸੀਂ ਜੌਬ ਵੀ ਨਾਲ ਕਰਦੇ ਸੀ, ਉਹਨਾਂ ਨੇ ਵੀ ਚਲੇ ਜਾਣਾ, ਤੇ ਇਹਨਾਂ ਨੂੰ ਫਿਰ ਕਿਵੇਂ ਸਾਂਭਦੇ? ਬਸ ਮੈਨੂੰ ਤਾਂ ਇਹ ਸੀਗਾ, ਮੇਰੇ ਬੱਚੇ ਪ੍ਰਾਇਮਰੀ ਸਕੂਲਾਂ 'ਚ ਪੜ੍ਹੇ ਨੇ, ਪਰ ਪ੍ਰਾਇਮਰੀ ਸਕੂਲ 'ਚ ਪੜ੍ਹਨ ਦੇ ਵੀ ਅੱਜ ਉਹ ਵੱਡੇ ਮੁਕਾਬਲੇ ਕਰਦੇ ਨੇ। ਤੇ ਮੈਨੂੰ ਮੇਰਾ ਜਿਹੜਾ ਬੇਟਾ ਹੈ ਉਹ ਨਾਇਕ ਸੀ ਤੇ ਵਧੀਆ ਡਿਊਟੀ 'ਤੇ ਉਹਨਾਂ ਨੇ ਆਪਣੀ ਸੇਵਾ ਨਿਭਾ ਕੇ, ਪੈਰਾ ਟਰੂਪਰ ਸੀ ਤੇ ਉਹਨਾਂ ਨੇ ਵਧੀਆ ਤਰੀਕੇ ਨਾਲ ਸੇਵਾ ਪੂਰੀ ਕਰੀ। ਪ੍ਰਮਾਤਮਾ ਨੇ ਉਹਨਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਿਆ। ਮੇਰੇ ਕੋਲ ਜਿਉਂਦੇ ਜਾਗਦੇ ਪਹੁੰਚ ਗਏ, ਲੋਕਾਂ ਨਾਲ ਵੀ ਟੱਕਰੇ ਕਰੇ, ਪਤਾ ਨਹੀਂ ਕਿਸ ਪੋਜੀਸ਼ਨਾਂ 'ਚ, ਠੰਡਾਂ 'ਚ ਕਿਸ ਤਰ੍ਹਾਂ ਉਹਨਾਂ ਨੇ ਟੱਕਰੇ ਕਰੇ। ਉਹ ਭੂਟਾਨ 'ਚ ਜਾ ਕੇ ਵੀ ਉਹ ਇੱਕ ਰਾਜੇ ਦੀ ਸੇਵਾ ਕਰਕੇ ਆਏ ਨੇ ਤੇ ਆਪਣਾ ਟਾਈਮ ਪਾਸ ਵਧੀਆ ਤਰੀਕੇ ਨਾਲ ਕਰਕੇ ਐਨ ਵਧੀਆ ਤਰੀਕੇ ਨਾਲ ਰਿਟਾਇਰਮੈਂਟ ਹੋ ਕੇ ਮੇਰੇ ਚਰਨਾਂ 'ਚ ਆ ਕੇ ਝੁਕੇ ਨੇ। ਮੈਨੂੰ ਇਸ ਗੱਲ ਦਾ ਬਹੁਤ ਮਾਣ ਹੈ। ਅਸੀਂ ਕਦੇ ਗਰੀਬੀ ਦਾ ਮਹਿਸੂਸ ਨਹੀਂ ਕੀਤਾ ਵੀ ਸਾਡੇ ਕੋਲ ਪੈਸਾ ਹੈਗਾ ਕਿ ਨਹੀਂ ਹੈਗਾ। ਬਸ ਅਸੀਂ ਮੈਨੂੰ ਰੋਟੀ ਦਾ ਤਰੀਕਾ ਆਂਗਣਵਾੜੀ ਨੇ ਦਿੱਤਾ ਹੋਇਆ ਸੀਗਾ, ਵਧੀਆ ਤਰੀਕੇ ਨਾਲ ਰੋਟੀ ਬਣਾਉਂਦੇ ਸੀਗੇ, ਵਧੀਆ ਤਰੀਕੇ ਨਾਲ, ਚਾਹੇ ਸਾਡੇ ਕੋਲ ਕੁਝ ਨਹੀਂ ਸੀਗਾ, ਸਾਡਾ ਬਣਾਉਣ ਦਾ ਸਿਸਟਮ ਠੀਕ ਸੀਗਾ। ਮੈਂ ਉਹਨੇ ਵਧੀਆ ਤਰੀਕੇ ਨਾਲ ਖਾਣਾ ਖਿਲਾ ਕੇ ਬੱਚਿਆਂ ਨੂੰ ਵੱਡਾ ਕੀਤਾ ਜੀ। ਹਾਂਜੀ। ਤੇ ਆਂਟੀ ਜੀ, ਜਿਵੇਂ ਹੁਣ ਕਹਿ ਰਹੇ ਨੇ ਵੀ ਇਹ ਕਾਨੂੰਨ ਜਿਹੜੇ ਮੋਦੀ ਲੈ ਕੇ ਆਏ ਤਾਂ ਜੀ ਸਿਰਫ ਜ਼ਮੀਨ ਵਾਲਿਆਂ ਦਾ ਹੀ ਕੰਮ ਹੈ, ਵੀ ਜ਼ਮੀਨ ਵਾਲੇ ਉੱਥੇ ਨੇ। ਅੰਕਲ ਜੀ ਕੋਲ ਇੱਥੇ ਜ਼ਮੀਨ ਵੀ, ਖੇਤੀ ਵੀ ਨਹੀਂ ਕਰਦੇ ਸੀ, ਤਾਂ ਤੁਹਾਡੇ ਨਾਲ ਅਕਸਰ ਉਹਨਾਂ ਨੇ ਜਦੋਂ ਇਹ ਕੰਮ ਸ਼ੁਰੂਆਤ ਹੋਈ ਹੈ, ਅੰਦੋਲਨ ਚੱਲਣੇ ਸ਼ੁਰੂ ਹੋਏ, ਤਾਂ ਕਿਵੇਂ ਦੀਆਂ ਗੱਲਾਂ ਕਰਦੇ ਸੀ ਜਾਂ ਕੀ ਕਹਿੰਦੇ ਸੀ ਇਹਨਾਂ ਕਾਨੂੰਨਾਂ ਬਾਰੇ ਜੀ? ਉਹ ਕਾਨੂੰਨਾਂ ਬਾਰੇ ਕਹਿੰਦੇ ਸੀਗੇ ਵੀ ਇਹ ਗੰਦਾ ਕਾਨੂੰਨ ਜਿਹੜਾ ਲਾਗੂ ਹੋ ਗਿਆ, ਇਹ ਪੰਜਾਬ 'ਚ ਲਾਗੂ ਨਹੀਂ ਹੋ ਸਕਦਾ, ਬਾਹਰਲੇ ਆਉਣੇ ਕਹਿੰਦੇ ਨੇ ਦੇਸ਼ਾਂ ਵਿੱਚ ਜਿਵੇਂ ਮਰਜ਼ੀ ਲਾਗੂ ਹੋ ਜਾਵੇ, ਪਰ ਪੰਜਾਬ 'ਚ ਲਾਗੂ ਚੱਲਣਾ ਨਹੀਂ ਹੈਗਾ। ਕਿਉਂ ਲੋਕੀ ਹਰ ਇੱਕ ਪਿੰਡ ਦਾ ਮੈਂਬਰ ਹੈ, ਚਾਹੇ ਉਹ ਕਿਰਤੀ ਹੈ, ਚਾਹੇ ਉਹ ਕੋਈ ਕੁਛ ਵੀ ਹੈ, ਉਹ ਆਪਣਾ ਕੰਮ ਕਰਕੇ ਆਉਣਾ, ਡੰਗਰ ਪਸ਼ੂ ਰੱਖ ਕੇ ਆਉਣਾ, ਕਹਿੰਦੇ ਨੇ ਸਭ ਕੁਛ ਕਰਕੇ ਵਧੀਆ ਤਰੀਕੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ। ਜੇ ਕਿਸੇ ਕੋਲ ਖੇਤ ਹੋਊਗਾ ਉਹ ਆਪਣਾ ਆਪਣੇ ਪਸ਼ੂਆਂ ਨੂੰ ਚਾਰਾ ਲਿਆਏਗਾ, ਕਣਕ ਖਰੀਦੇਗਾ, ਕੁਛ ਹੋਰ ਕੋਈ ਆਪਣਾ ਮਜ਼ਦੂਰੀ ਮਿਲੇਗੀ
ਤੇ ਜੇ ਉਹ ਖੇਤ ਹੀ ਨਹੀਂ ਰਹਿਣਗੇ ਇਹਨਾਂ ਕੋਲ ਤਾਂ ਉਹ ਕੀ ਕਰ ਲੈਣਗੇ, ਕੁਛ ਨਹੀਂ ਕਰ ਸਕਦੇ। ਬਸ ਸਭ ਤੋਂ ਬੜਾ ਇਹੀ ਹੈ ਵੀ ਉਹਨਾਂ ਨੂੰ ਮੋਦੀ ਸਰਕਾਰ ਨੂੰ ਇਹਨਾਂ ਦਾ ਜੋ ਕਾਨੂੰਨ ਹੈ ਜੇ ਨਹੀਂ ਮੰਨਦੇ ਇਹਨਾਂ ਦਾ ਮੰਨਣਾ ਪੈਣਾ ਹੈ। ਕਿਸ ਤਰੀਕੇ ਨਾਲ ਚਾਹੇ ਔਖੇ ਹੋ ਕੇ ਮੰਨਣ, ਚਾਹੇ ਜਿਸ ਤਰ੍ਹਾਂ ਮਰਜ਼ੀ ਮੰਨਣ, ਇਹਨਾਂ ਨੂੰ ਉਹ ਕਾਨੂੰਨ ਮੰਨਣਾ ਹੀ ਪੈਣਾ ਹੈ। ਇਹ ਪੰਜਾਬ ਹੈ, ਪੰਜਾਬ ਦੇ ਇੱਕ ਯੋਧਿਆਂ ਦਾ ਪੰਜਾਬ ਹੈ, ਸੂਰਬੀਰਾਂ ਦਾ ਪੰਜਾਬ ਹੈ। ਇਹਨਾਂ ਨੇ ਕਦੇ ਆਪਣੀ ਹਾਰ ਨਹੀਂ ਮੰਨੀ। ਮੈਂ ਇੱਕ ਗੁਰੂ ਤੇਗ ਬਹਾਦਰ ਸਕੂਲ 'ਚ ਪੜ੍ਹ ਕੇ, ਇੱਕ ਗੁਰੂਆਂ ਦੇ ਚਰਨਾਂ 'ਚ ਰੋਜ਼ ਅਰਦਾਸ ਕਰਕੇ ਅਸੀਂ ਉਸ ਸਕੂਲ 'ਚ ਪੜ੍ਹਾਈ, ਆਪਣੀ 10ਵੀਂ ਤੱਕ ਪੜ੍ਹਾਈ ਕੀਤੀ। ਉਹ ਤੋਂ ਬਾਅਦ ਅਸੀਂ 2 ਸਾਲ ਮੈਂ ਆਪਣੀ ਟ੍ਰੇਨਿੰਗ ਕੀਤੀ ITI ਦੀ। ਮੈਨੂੰ ਉਹ ਸਕੂਲ 'ਚੋਂ ਇੰਨਾ ਮਾਣ ਪ੍ਰਾਪਤ ਹੋਇਆ, ਮੈਂ ਉਹ ਗੁਰੂ ਦੇ ਚਰਨਾਂ 'ਚ ਸਦਾ ਪ੍ਰਣਾਮ ਕਰਦੀ ਹਾਂ। ਕਦੇ ਮੈਨੂੰ ਪ੍ਰਮਾਤਮਾ ਕਿਸੇ ਗੱਲੋਂ ਹੀਣਾ ਨਹੀਂ ਹੋਣ ਦਿੰਦਾ। ਮੇਰੇ ਸਿਰ ਤੇ ਮਿਹਰ ਭਰਿਆ ਹੱਥ ਰਹਿੰਦਾ ਹਰ ਵੇਲੇ। ਬਸ ਬਹੁਤ ਜਿਹੜੇ ਆਂਟੀ ਜੀ ਵੀ ਸਲਾਮ ਹੈ ਇਹਨਾਂ ਨੂੰ ਵੀ, ਕਿਉਂਕਿ ਇਹਨਾਂ ਨੇ ਵੀ ਨਾਲ ਹੀ ਉਹ ਸੰਤਾਪ ਨੂੰ ਭੋਗਿਆ, ਪਰ ਫਿਰ ਵੀ ਹੁਣ ਤੱਕ ਜਿਹੜੇ ਬੇਸ਼ੱਕ ਲੱਤ ਨੂੰ ਪੋਲੀਓ ਹੋਇਆ ਪਿਆ, ਅਪਾਹਿਜ ਨੇ, ਪਰ ਮੈਂ ਕਹਿੰਦਾ ਉਹ ਲੋਕਾਂ ਦੀ ਸੋਚ ਅਪਾਹਿਜ ਹੈ ਜਿਹੜੇ ਅੱਜ ਵੀ ਘਟੀਆ ਲੋਕਾਂ ਦਾ ਸਾਥ ਦੇ ਰਹੇ ਨੇ ਤੇ ਜਿਹੜੇ ਅੱਜ ਵੀ ਬੇਈਮਾਨੀਆਂ ਕਰ ਰਹੇ ਨੇ। ਸੋ ਇਹ ਤੰਦਰੁਸਤ ਨੇ। ਇਹਨਾਂ ਦੀ ਜਦੋਂ ਮਾਨਸਿਕਤਾ, ਕਹਿੰਦੇ ਜਦੋਂ ਤੁਹਾਡੀ ਤੰਦਰੁਸਤ ਹੈ ਤਾਂ ਤੁਸੀਂ ਬਹੁਤ ਤੰਦਰੁਸਤ ਹੋ, ਨਹੀਂ ਤਾਂ ਫਿਰ ਤੰਦਰੁਸਤੀ ਵਿੱਚ ਵੀ ਜੇਕਰ ਸਾਡੀ ਮਾਨਸਿਕਤਾ ਬਿਮਾਰ ਹੈ, ਰੋਗੀ ਹੈ ਅਸੀਂ, ਤਾਂ ਅਸੀਂ ਉਹਦੇ ਬਾਵਜੂਦ ਵੀ, ਤੰਦਰੁਸਤੀ ਦੇ ਬਾਵਜੂਦ ਵੀ ਆਪਾਂ ਹੀ ਜਾਂ। ਤੇ ਆਂਟੀ ਜੀ ਜਦੋਂ ਹੁਣ ਘਰ ਆਏ ਆ ਉੱਥੋਂ ਆ ਕੇ ਕੀ ਉਹਨਾਂ ਨੇ ਤੁਹਾਨੂੰ ਦੱਸਿਆ ਵੀ ਜਿਵੇਂ ਉਹ ਦੇਖ ਕੇ ਆਏ ਆ ਜਿਸ ਦ੍ਰਿਸ਼ ਨੂੰ, ਤਾਂ ਉਸ ਬਾਰੇ ਕੀ ਵਰਣਨ ਕੀਤਾ ਜੀ? ਉਹਨਾਂ ਨੇ ਦੱਸਿਆ, ਕਹਿੰਦੇ ਵੀ ਅਸੀਂ ਜਾ ਕੇ ਪਹਿਲਾਂ ਤਾਂ ਬ੍ਰੇਕਾਂ ਤੋੜੀਆਂ, ਪਹਿਲੀਆਂ ਬ੍ਰੇਕਾਂ ਬੈਰੀਕੇਡ ਦੀਆਂ ਅੰਬਾਲੇ ਤੋੜੀਆਂ ਆਪਣੇ ਸੰਭੂ ਬਾਰਡਰ ਤੇ। ਅੱਛਾ, ਨਾਲ ਹੀ ਸੀ, ਮਤਲਬ ਕਿ ਪਹਿਲੇ ਦਿਨ ਤੋਂ ਹੀ ਨਾਲ ਸੀਗੇ ਜੀ? ਹਾਂਜੀ, ਇਹ ਟਰੱਕ 'ਚ ਇਕੱਠੇ ਗਏ ਸੀਗੇ, ਅੱਗੇ ਪਿੱਛੇ ਜਵਾਨ ਸੀਗੇ, ਮੂਹਰੇ ਜਵਾਨ ਸੀਗੇ, ਬਜ਼ੁਰਗ ਪਿੱਛੇ ਸੀਗੇ। ਹਾਂਜੀ, ਫਿਰ ਅੱਗੇ ਆਪਣਾ ਜੋ ਬ੍ਰੇਕਾਂ ਰਸਤੇ 'ਚ ਆਈ ਗਈਆਂ, ਦਿੱਲੀ ਦੇ ਬਾਰਡਰ ਤੇ ਜਾ ਕੇ ਅਖੀਰੇ ਉੱਥੇ ਸੈੱਟ ਹੋ ਗਏ। ਕਹਿੰਦੇ ਸਾਡਾ ਡੇਰਾ ਹੁਣ ਇੱਥੇ ਹੀ ਲੱਗਿਆ ਹੋਇਆ, ਸਾਨੂੰ ਦਵਾਈ ਨਾਲ ਦਵਾਈ ਮਿਲਦੀ ਹੈ, ਰੋਟੀ ਨਾਲ ਰੋਟੀ ਮਿਲਦੀ ਹੈ, ਸਾਨੂੰ ਸਭ ਕੁਛ ਇੱਥੇ ਹੀ ਮਿਲਦਾ ਹੈ। ਵੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਟਾਈਮ ਪਾਸ ਕਰਦੇ ਹਾਂ। ਪਰ ਅਸੀਂ ਇੱਥੇ 10 ਦਿਨ ਤੋਂ ਲਗਾਤਾਰ ਡਟੇ ਹੋਏ ਹਾਂ ਵੀ ਹੁਣ ਫਿਰ ਉਹ ਬਿਮਾਰ ਹੋ ਗਏ, ਫਿਰ ਉਹਨਾਂ ਨੂੰ ਘਰ ਨੂੰ ਆਉਣਾ ਪੈ ਗਿਆ ਤੇ ਘਰ ਆ ਕੇ ਉਹ ਸੈੱਟ ਨਹੀਂ ਹੋਏ। ਜਾਂ ਅਸੀਂ ਬਹੁਤ ਜ਼ੋਰ ਲਾਇਆ ਵੀ ਉਹ ਠੀਕ ਹੋ ਜਾਣ, ਨਹੀਂ ਠੀਕ ਹੋਏ। ਉਹ ਸਾਡੇ ਨਾਲ ਸਦਾ ਲਈ ਸਾਨੂੰ ਵਿਛੋੜਾ ਦੇ ਗਏ। ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ ਪਰਮਾਤਮਾ, ਉਹਨਾਂ ਨੂੰ ਸਦਾ ਹੀ ਬਸ ਉਹਨਾਂ ਨੂੰ ਪਰਮਾਤਮਾ ਆਪਣੇ ਚਰਨਾਂ 'ਚ ਨਿਵਾਸ ਕਰੇ। ਸਭ ਤੋਂ ਵੱਡੀ ਬਸ ਇਹੀ ਗੱਲ ਹੈ। ਬਿਲਕੁਲ ਜੀ, ਅਸੀਂ ਵੀ ਆਪਣੇ ਮਨ ਨੂੰ ਸ਼ਾਂਤੀ ਦੇਣ ਦੀ ਸਮਰੱਥਾ ਰੱਖੇ ਬਸ। ਸੋ ਅਸੀਂ ਵੀ ਜ਼ਰੂਰ ਇਸ ਪਰਿਵਾਰ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਅਰਦਾਸ ਕਰਦੇ ਹਾਂ ਪਰਮਾਤਮਾ ਨੂੰ ਕਿ ਪਰਮਾਤਮਾ ਉਸ ਵਿਛੜੀ ਰੂਹ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੋ ਬਾਈ ਜੀ ਨਾਲ ਗੱਲ ਕਰਦੇ ਫਿਰ। ਬਾਈ ਜੀ, ਜਿਵੇਂ ਆਂਟੀ ਜੀ ਨੇ ਵੀ ਦੱਸਿਆ, ਉਹ ਆ ਕੇ ਉਹਨਾਂ ਨੇ ਦੱਸਿਆ ਤੇ ਮਤਲਬ ਕਿ ਪਹਿਲੇ ਦਿਨ ਤੋਂ ਉਹ ਫਰੰਟ ਲਾਈਨ ਤੇ ਸੀਗੇ ਜਦੋਂ ਬੈਰੀਕੇਡ ਵਗੈਰਾ ਤੋੜਿਆ ਜਿਸ ਦਿਨ 26 ਤਰੀਕ ਨੂੰ, ਉਸ ਦਿਨ ਦੇ ਗਏ ਹੋਏ ਜੀ? ਦੇਖੋ ਜੀ, ਉਹ ਤੋਂ ਪਹਿਲਾਂ ਹੀ ਉਹਨਾਂ ਨੇ ਤਿਆਰੀਆਂ ਕਰ ਲਈਆਂ ਸੀਗੀਆਂ ਜੀ। ਅੱਛਾ ਜੀ। ਆਪਣੇ ਕੱਪੜੇ ਪੈਕ ਕਰ ਲਏ ਸੀਗੇ ਤੇ ਮੈਨੂੰ ਤਾਂ ਆਫਿਸ 'ਚ ਆ ਕੇ ਉਹਨਾਂ ਨੇ ਕਹਿ ਦਿੱਤਾ ਸੀ ਵੀ ਮੈਂ ਜਾਣਾ ਚਾਹੁੰਦਾ ਤੇ ਮਦਰ ਨੂੰ ਕਹਦੇ ਵੀ ਮੇਰੇ ਕੱਪੜੇ ਤਿਆਰ ਕਰ ਦੇਣ, ਵੀ ਮੈਨੂੰ ਰੋਕਣ ਨਾ। ਉਹਨਾਂ ਨੇ ਨਹੀਂ ਜਾਣ ਦੇਣਾ ਚਾਹ ਰਹੇ ਸੀ ਕਿਉਂਕਿ ਉਹ ਵੀ ਤੁਸੀਂ ਰੁਕ ਜਾਓ, ਵੀ ਤੁਸੀਂ ਰਹਿਣ ਦਿਓ। ਫਿਰ ਉਹਨਾਂ ਨੇ ਮੈਨੂੰ ਕਿਹਾ ਵੀ ਮੈਂ ਜਾਣਾ ਚਾਹੁੰਦਾ। ਮੈਂ ਕਿਹਾ ਜੀ, ਫਿਰ ਮੈਂ ਘਰੇ ਫੋਨ ਕੀਤਾ, ਮੈਂ ਕਿਹਾ ਵੀ ਇਹ ਜਾਣ ਇਹਨਾਂ ਦੀ ਅੰਤਿਮ ਇੱਛਾ ਹੈ ਵੀ ਇਹ ਕਹਿੰਦੇ ਨੇ ਵੀ ਮੇਰੀ ਇੱਕ ਅੰਤਿਮ ਇੱਛਾ ਹੈ ਵੀ ਮੈਨੂੰ ਜਾਣ ਦੇ ਪ੍ਰਦੀਪ, ਮੈਨੂੰ ਰੋਕੀ ਨਾ। ਮੈਂ ਕਿਹਾ ਜੀ ਠੀਕ ਹੈ, ਕਿਉਂਕਿ ਮੇਰੇ ਕੋਲ ਰਹਿੰਦੇ ਸੀਗੇ ਇੱਥੇ। ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ, ਤੁਸੀਂ ਜਾਣਾ ਚਾਹੁੰਦੇ ਹੋ ਤਾਂ ਮੈਂ ਤਿਆਰੀ ਕਰਵਾ ਦੇਣਾ। ਮੈਂ ਤੇ ਮਿਸੇਜ ਨੂੰ ਫੋਨ ਕੀਤਾ ਤੇ ਮੈਂ ਕਿਹਾ ਵੀ ਪਾਪਾ ਜੀ ਜਾਣਗੇ, ਵੀ ਆਪਣਾ ਬੈਗ ਕੱਪੜੇ ਉਹਨਾਂ ਦੇ ਸਾਰਾ ਕੁਝ ਤਿਆਰ ਕਰ ਦਿਓ। ਤੇ ਚਲੋ ਜੀ, ਉਹਨਾਂ ਨੇ ਰੋਟੀਆਂ ਪੈਕ ਕਰਾ ਲਈਆਂ ਜੀ। ਬੜੇ ਭਾਬੀ ਜੀ ਉੱਥੇ ਰਹਿੰਦੇ ਨੇ ਬੱਸ ਸਟੈਂਡ 'ਤੇ, ਉੱਥੇ ਰੋਟੀਆਂ ਪੈਕ ਕਰਾ ਕੇ ਆਪਣੀਆਂ ਰੋਟੀਆਂ ਨਾਲ ਲੈ ਕੇ ਇੱਥੋਂ ਉਹਨਾਂ ਨੇ ਚਾਲੇ ਪਾਤੇ ਜੀ ਇੱਥੋਂ। ਤੇ ਆਪਣੇ ਸਾਥੀਆਂ ਨਾਲ, ਜਿੰਨੇ ਵੀ ਇਹਨਾਂ ਸਾਥੀਆਂ ਨਾਲ ਗਏ ਸੀਗੇ, ਇਹਨਾਂ ਦੇ ਭਗਵੰਤ ਅੰਕਲ ਜੀ ਤੇ ਹੋਰ ਜਿੰਨੇ ਵੀ ਸਾਥੀ ਸੀਗੇ, ਮੂਨ ਕਈ ਅੰਕਲ ਜੀ ਤੇ ਜਿੰਨੇ ਵੀ ਉਹਨਾਂ ਦੇ ਸਾਥੀ ਸੀਗੇ, ਸਾਰੇ ਉਹਨਾਂ ਦੇ ਨਾਲ ਗਏ ਨੇ ਇੱਥੋਂ। ਤੇ
ਤੇ ਫੋਨ ਕਦੋਂ ਜਿਵੇਂ ਬੈਰੀਕੇਡ ਵਗੈਰਾ ਤੋੜਦੇ ਫਿਰ ਫੋਨ ਦੇ ਵਿੱਚ ਟੱਚ ਨਾਲ ਰਹਿੰਦੇ, ਤੁਹਾਡੇ ਨਾਲ ਟੱਚ 'ਚ ਰਹਿੰਦੀ ਆ? ਬਿਲਕੁਲ ਜੀ ਬਿਲਕੁਲ। ਕੀ ਦੱਸਦੇ ਜੀ? ਤੇ ਉਹਨਾਂ ਨੇ ਪਹਿਲਾਂ ਤਾਂ ਦੱਸਿਆ ਜੀ ਅਸੀਂ ਧਰਨੇ ਤੇ ਪਹੁੰਚ ਗਏ ਤੇ ਇੱਥੇ ਬਹੁਤ ਇਕੱਠ ਹੈ। ਤੇ ਫਿਰ ਉਸ ਤੋਂ ਬਾਅਦ ਜਦੋਂ ਪਹਿਲਾ ਜਿਹੜਾ ਸ਼ੰਭੂ ਬਾਰਡਰ ਦਾ ਉਹ ਸੀਗਾ ਬੈਰੀਅਰ ਸੀਗਾ, ਉਹ ਕਹਿੰਦਾ ਜੀ ਤੋੜਤਾ ਸ਼ੰਭੂ ਬੈਰੀਅਰ, ਚੱਕ ਤੇ ਫੱਟੇ ਪੰਜਾਬੀਆਂ ਨੇ, ਚੱਕ ਤੇ ਅਸੀਂ ਫੱਟੇ, ਖੰਡਾ ਤੇ ਮੋਦੀ ਸਰਕਾਰ ਖੰਡਾਤੀ, ਉਹਨਾਂ ਨੂੰ ਰੋਕ ਨਹੀਂ ਪਾਈ ਕੋਈ, ਜਿੰਨੇ ਵੀ ਉਹ ਸੀਗੇ ਮੂਹਰੇ ਅੱਗੇ ਸੀਗੇ ਉਹਨਾਂ ਨੂੰ ਕੋਈ ਰੋਕ ਨਹੀਂ ਪਾਇਆ। ਕਹਿੰਦੇ ਜੀ ਹੁਣ ਅਸੀਂ ਅਗਾਂਹ ਚਾਲੇ ਪਾਤੇ। ਮੈਂ ਕਿਹਾ ਜੀ ਪਾਪਾ ਜੀ ਕੋਈ ਗੱਲ ਨਹੀਂ, ਆਪਣੀ ਸਿਹਤ ਦਾ ਤੇ ਆਪਣਾ ਖਿਆਲ ਰੱਖਿਓ। ਉਸ ਤੋਂ ਬਾਅਦ ਫੇਰ ਫੋਨ ਆਉਂਦਾ, ਪ੍ਰਦੀਪ ਮੇਰੇ ਅਮਰੀਕਾ ਵਾਲੇ ਚੈਨਲ ਨੇ BBC ਕੋਈ ਹੈ, ਉਹਨਾਂ ਨੇ ਮੇਰੀ ਇੰਟਰਵਿਊ ਲਈ ਤੇ ਮੈਂ ਇੰਗਲਿਸ਼ 'ਚ ਇੰਟਰਵਿਊ ਦਿੱਤੀ। ਮੈਂ ਕਿਹਾ ਠੀਕ ਹੈ ਜੀ। ਤੇ ਹੁਣ ਅੱਗੇ ਚਾਲੇ ਪਾਤੇ ਜੀ। ਇੱਥੇ ਜੀ ਪਾਣੀ ਦੀਆਂ ਬਰਸਾਰਾਂ ਪੈ ਰਹੀਆਂ ਨੇ ਜੀ, ਉਹਨਾਂ ਨੇ ਬੜੇ ਬੜੇ ਟੋਏ ਪੱਟਤੇ ਜੀ। ਤੇ ਫਿਰ ਉਹਨਾਂ ਨੇ ਮੈਨੂੰ ਫੋਨ ਕਰਨਾ ਵੀ TV ਤੇ ਕੀ ਚੱਲ ਰਿਹਾ। ਮੈਂ ਦੱਸਿਆ ਵੀ ਇੱਦਾਂ ਇੱਦਾਂ ਕਰਕੇ ਹੈਗੀ ਵੀ ਆਹ ਪੋਜੀਸ਼ਨ ਹੈਗੀ ਹੈ, ਵੀ ਮੈਨੂੰ ਉੱਥੋਂ ਮੇਰੇ ਦੋਸਤਾਂ ਨੇ ਫੋਨ ਕੀਤਾ ਵੀ ਪੋਜੀਸ਼ਨ ਜਿਹੜੀ ਹੈਗੀ ਹੈ ਵੀ ਅੱਗੇ ਨਹੀਂ ਜਾਣ ਦੇਣਗੇ। ਤੇ ਬਾਅਦ ਦੇ ਵਿੱਚ ਫੋਨ ਆਉਂਦਾ, ਉਹ ਫਲਾਣਾ ਬੈਰੀਅਰ ਵੀ ਆਏਗਾ, ਅਸੀਂ ਚੱਕ ਦਾ ਮੁੰਡਿਆਂ ਨੇ ਚੱਕ ਤੇ ਫੱਟੇ। ਕਹਿੰਦੇ ਜੀ ਉਹ ਤਾਂ ਨੰਗਾ ਤੇ ਟਰੈਕਟਰ, ਤਾਰਾਂ ਤੋੜਤੀਆਂ। ਤੇ ਮੈਂ ਫਲਾਣੀ ਕਵਿਸ਼ਰੀ ਗਾਈ, ਮੈਂ ਕਵਿਤਾ ਗਾਈ, ਤੇ ਮੈਂ ਆਹ ਚੀਜ਼ ਉੱਥੇ ਕੀਤੀ। ਤੇ ਲੋਕ ਮੇਰੇ ਨਾਲ ਸੈਲਫੀਆਂ ਲੈ ਰਹੇ ਨੇ, ਕਿਉਂਕਿ ਜਿਹੜਾ ਆਹ ਸੀਗਾ ਉਹਨਾਂ ਦਾ ਬਣਾਇਆ ਹੋਇਆ ਨਾ। ਤੇ ਜਿੰਨਾ ਵੀ ਮੈਂ ਪਹਿਲਾਂ ਵੀ ਇਹ ਦਿਖਾਇਆ। ਤੇ ਇਹ ਜੋ ਵਰਡ ਲਿਖੇ ਸੀਗੇ, ਲੋਕ ਝੰਡੇ ਲੈ ਕੇ ਗਏ ਸੀ। ਤੇ ਮੈਨੂੰ ਇਹ ਲੱਗਦਾ ਵੀ ਇਹ ਇੱਕ ਮਤਲਬ ਕਿ ਪ੍ਰਣਾਮ ਸ਼ਹੀਦਾਂ ਨੂੰ ਪਾ ਕੇ ਗਏ ਸੀਗੇ। ਇਹ ਆਪ ਸ਼ਹੀਦ ਹੋਣ ਗਏ ਸੀ ਜੀ ਉੱਥੇ, ਕਿਸਾਨੀ ਮੋਰਚੇ 'ਚ ਆਪ ਸ਼ਹੀਦ ਹੋਣ ਗਏ ਸੀ। ਉਹਨਾਂ ਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਮੈਂ ਵੀ ਸ਼ਹੀਦ ਹੋ ਜਾਣਾ। ਅਸੀਂ ਅੱਜ ਉਹਨਾਂ ਨੂੰ ਪ੍ਰਣਾਮ ਕਰਦੇ। ਵੀਰ ਜੀ ਇੱਕ ਹੋਰ ਗੱਲ ਹੈ, ਬੇਸ਼ੱਕ ਅਸੀਂ ਭਰਾ ਇਹ ਸਿੱਖ ਭਰਾ ਬੈਠੇ ਨੇ, ਤੁਸੀਂ ਹਿੰਦੂ ਫੈਮਿਲੀ ਨੂੰ ਬਿਲੋਂਗ ਕਰਦੇ ਹੋ ਜੀ, ਤੇ ਪਰ ਭਾਜਪਾ ਵਾਲੇ ਲਗਾਤਾਰ ਕਹਿ ਰਹੇ ਨੇ ਜੀ ਸਿੱਖਾਂ ਦਾ ਮੋਰਚਾ, ਇਹ ਤਾਂ ਮਤਲਬ ਕਿ ਹਿੰਦੂ ਸਿੱਖਾਂ ਨੂੰ ਆਪਸ ਦੇ ਵਿੱਚ ਲੜਾਉਣਾ ਚਾਹੁੰਦੇ ਨੇ, ਭੜਕਾਉਣਾ ਚਾਹੁੰਦੇ ਨੇ। ਤੁਹਾਨੂੰ ਕੀ ਲੱਗਦਾ? ਨਹੀਂ ਜੀ ਨਹੀਂ, ਮੈਂ ਇਹਨੂੰ ਬਿਲਕੁਲ ਆਰਗੂਮੈਂਟ ਕਰਦਾ ਇਸ ਟੌਪਿਕ ਤੇ। ਹਿੰਦੂ ਔਰ ਸਿੱਖ ਹਮੇਸ਼ਾ ਭਾਈ ਭਾਈ ਹੈਗੇ ਸੀ ਔਰ ਭਾਈ ਭਾਈ ਰਹਿਣਗੇ। ਜਿਹੜੀ ਇਹ ਪੋਲੀਟਿਕਸ ਹੈ, ਇਹ ਪੋਲੀਟਿਕਸ ਬਹੁਤ ਜ਼ਿਆਦਾ ਗੰਦੀ ਪੋਲੀਟਿਕਸ ਹੈ। ਔਰ ਮੈਂ ਨਹੀਂ ਸਮਝਦਾ ਹੈਗਾ ਵੀ ਸਾਡੇ ਪਿੰਡਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਬਣਦਾ। ਇਹ ਸਾਰਾ ਕੁਝ ਜੋ ਹੈ ਮੀਡੀਆ ਦੇ ਵਿੱਚ ਹੀ ਚੱਲਦਾ। ਪਿੰਡਾਂ ਦੇ ਵਿੱਚ ਜਾਂ ਹੋਰ ਬਾਕੀ ਚੀਜ਼ਾਂ ਦੇ ਵਿੱਚ ਐਵੇਂ ਆਪਸ ਦੇ ਵਿੱਚ ਸਾਰਾ ਭਾਈਚਾਰਾ ਬਹੁਤ ਵਧੀਆ ਰਹਿੰਦਾ ਹੈ ਪਿੰਡਾਂ ਦੇ ਵਿੱਚ। ਅਸੀਂ ਤਾਂ ਜੇ ਸਾਡੇ ਨਾਲ ਭਾਜੀ ਕੋਈ ਹਿੰਦੂ ਫੈਮਿਲੀ ਆ ਜਾਂ ਫਿਰ ਜੇ ਸਿੱਖ ਹੈਗੇ ਨੇ ਉਹ ਹਿੰਦੂ ਫੈਮਿਲੀ ਤੋਂ, ਜਾਂ ਅਸੀਂ ਤਾਂ ਕੋਲੀਆਂ ਚੋਂ ਚੀਨੀ ਵੀ ਸਾਡੀ ਘੱਟ ਕੀ ਤਾਂ ਲੈ ਆਉਂਦੇ ਆ, ਅਸੀਂ ਦੇਖਦੇ ਨਹੀਂ ਧਰਮ ਨੂੰ ਕਦੇ ਵੀ। ਬਿਲਕੁਲ ਨਹੀਂ ਜੀ, ਅਸੀਂ ਵੀ ਨਹੀਂ ਦੇਖਦੇ ਆ। ਸਾਡੇ ਗੁਆਂਢ ਦੇ ਵਿੱਚ ਖੇਤੀ ਕਰਨੇ ਵਾਲੇ ਪਰਸਨਸ ਨੇ, ਕੋਈ ਦਿੱਕਤ ਨਹੀਂ ਹੈ। ਅਸੀਂ ਇੱਕ ਦੂਸਰੇ ਨਾਲ ਵੰਡ ਕੇ ਖਾਂਦੇ ਆ, ਵੰਡ ਕੇ ਛਕਦੇ ਆ, ਕੋਈ ਦਿੱਕਤ ਨਹੀਂ ਹੈ ਜੀ, ਕੋਈ ਪ੍ਰੋਬਲਮ ਹੀ ਨਹੀਂ ਹੈ। ਭਾਜੀ ਜਿਹੜਾ ਪੰਜਾਬੀ ਮੀਡੀਆ ਆਪਣਾ, ਇਹ ਬਹੁਤ ਜ਼ਮੀਨੀ ਪੱਧਰ ਤੇ ਦਿਖਾਉਂਦਾ। ਜਿੱਦਾਂ ਕਿ ਮੈਂ ਵੀ ਦੇਖਦਾ ਸੀ, ਉਹਨਾਂ ਨੂੰ ਵੀ ਦੇਖਦਾ ਸੀ ਵੀ ਉਹ ਜ਼ਮੀਨੀ ਪੱਧਰ ਤੇ ਉਹਨਾਂ ਨੂੰ ਲੋਕ ਉਹਨਾਂ ਦੀਆਂ ਸੈਲਫੀਆਂ ਲੈ ਕੇ ਵੀਡੀਓ ਲੈ ਕੇ ਪਾ ਰਹੇ ਨੇ, ਉਹ ਕਿ ਜ਼ਮੀਨੀ ਪੱਧਰ ਦਿਖਾ ਰਹੇ ਸੀ। ਪਰ ਜਿਹੜਾ ਮੋਦੀ ਮੀਡੀਆ, ਉਹਨਾਂ ਨਾਲ ਸਿੱਖਾਂ ਨੇ ਵੀ ਇਹ ਸੈਲਫੀਆਂ ਲਈਆਂ। ਰਵਿੰਦਰ ਗਰੇਵਾਲ ਜੀ ਸਿੱਖ ਨੇ, ਅਸੀਂ ਜੱਫੀ ਪਾ ਕੇ ਸੈਲਫੀਆਂ ਲਈਆਂ ਜੀ। ਭਾਜੀ ਹੁਣ ਸਾਡੇ ਪਿੰਡ ਦੇ ਸਰਪੰਚ ਸਾਹਿਬ ਨੇ, ਤੇ ਤੁਸੀਂ ਇਹ ਦੇਖ ਲਓ ਵੀ ਸਰਪੰਚ ਸਾਹਿਬ ਵੀ ਦੇ ਫਾਦਰ ਸਾਹਿਬ ਨੇ। ਤੇ ਹੁਣ ਜਿਹੜਾ ਗੋਦੀ ਮੀਡੀਆ, ਜਿਹਨੂੰ ਆਪਾਂ ਕਹਿੰਦੇ ਨੈਸ਼ਨਲ ਮੀਡੀਆ, ਉਹ ਕੀ ਜ਼ਮੀਨੀ ਪੱਧਰ ਦਿਖਾ ਰਿਹਾ। ਅਸੀਂ ਇੱਥੇ ਪਰਿਵਾਰਕ ਮੈਂਬਰ ਰਹਿ ਰਹੇ ਹਾਂ। ਸਾਡੇ ਮੇਰੇ ਫਰੈਂਡ ਦੋਸਤ, ਮੇਰਾ ਉਸਤਾਦ ਇੱਕ ਮੁਸਲਿਮ ਸੀਗਾ, ਸਾਡੇ ਉਸਤਾਦ ਇੱਕ ਮੁਸਲਿਮ ਸੀਗੇ। ਅਸੀਂ ਉਹਨਾਂ ਤੋਂ ਕਦੇ ਕੋਈ ਉਹ ਨਹੀਂ ਫਰਕ ਭੇਦਭਾਵ ਨਹੀਂ ਕੀਤਾ। ਪਹਿਲਾਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ, ਉਹਨੇ ਵੰਡਣ ਦੀ ਕੋਸ਼ਿਸ਼ ਕੀਤੀ। ਫਿਰ 84 ਦੇ ਵਿੱਚ 47 ਦੇ ਵਿੱਚ ਅੰਗਰੇਜ਼ ਵੰਡ ਗਏ ਪੰਜਾਬ ਨੂੰ। ਪੰਜਾਬ ਪਹਿਲਾਂ ਵੀ ਇਕੱਠਾ ਸੀ, ਅੱਜ ਵੀ ਇਕੱਠਾ ਸੀ, ਔਰ ਹੁਣ ਵੀ ਇਕੱਠਾ ਹੈ। ਹਿਮਾਚਲ ਵੀ ਇਕੱਠਾ, ਉੱਥੇ ਮੱਧ ਪ੍ਰਦੇਸ਼ ਵੀ ਇਕੱਠਾ ਹੈ, ਉੱਥੇ ਉੱਤਰਾਖੰਡ ਵੀ ਹੈਗਾ ਇਕੱਠਾ, ਔਰ ਉੱਥੇ ਭਾਜੀ ਰਾਜਸਥਾਨ ਵੀ ਇਕੱਠਾ, ਤੇ ਉੱਥੇ ਹਰਿਆਣਾ ਵੀ ਇਕੱਠਾ, ਸਾਡਾ ਛੋਟਾ ਭਾਈ ਵੀ ਇਕੱਠਾ। ਇਹ ਲੜਾਈ ਕਿਸੇ ਧਰਮ ਦੀ ਨਹੀਂ ਹੈ, ਇਨਸਾਨਾਂ ਦੀ ਲੜਾਈ ਹੈ ਹੈਵਾਨਾਂ ਦੇ ਨਾਲ। ਮੰਨਦੇ ਹੋ? ਬਿਲਕੁਲ ਭਾਜੀ, ਬਿਲਕੁਲ ਮੰਨਦੇ ਆ।
ਪਹਿਲਾਂ ਅੰਗਰੇਜ਼ ਅਹਿਮਦ ਸ਼ਾਹ ਅਬਦਾਲੀ ਲੁੱਟ ਗਿਆ, ਫਿਰ ਅੰਗਰੇਜ਼ ਲੁੱਟ ਗਏ, ਫਿਰ ਹੁਣ ਜਿੰਨੇ ਵੀ ਅੰਬਾਨੀ ਅੰਡਾਨੀ ਆ ਜਿੰਨੇ ਵੀ ਮਤਲਬ ਕਿ ਵੱਡੇ ਵੱਡੇ ਪੋਲੀਟਿਕਸ ਹੈਗੇ ਨੇ ਜਾਂ ਵੱਡੇ ਵੱਡੇ ਰਾਜਨੇਤਾ ਜਿਹੜੇ ਚੋਰ ਕਹੂੰਗਾ ਮੈਂ ਜੀ ਠੀਕ ਹੈ, ਜਿਹੜੇ ਸਿਸਟਮ ਨੂੰ ਖਰਾਬ ਕਰ ਗਏ ਨੇ ਉਹ ਆਪਾਂ ਲੜ ਰਹੇ ਹਾਂ। ਮੇਰੇ ਫਾਦਰ ਸਾਹਿਬ ਲੜਦੇ ਲੜਦੇ ਸ਼ਹੀਦ ਹੋ ਗਏ, ਸਿਸਟਮ ਨਾਲ ਲੜਦੇ ਲੜਦੇ ਸ਼ਹੀਦ ਹੋ ਗਏ। ਜੀ ਪਹਿਲਾਂ 47 ਵੇਲੇ ਪੰਜਾਬ ਖਿੰਡ ਗਿਆ, ਠੀਕ ਹੈ ਜੀ, ਤੇ ਅੰਗਰੇਜ਼ਾਂ ਵੇਲੇ ਵੀ ਖਿੰਡ ਗਿਆ, ਅਹਿਮਦ ਸ਼ਾਹ ਅਬਦਾਲੀ ਵੇਲੇ ਵੀ ਖਿੰਡ ਗਿਆ। ਪਰ ਜਿਹੜੇ ਪੰਜਾਬੀ ਨੇ ਨਾ ਭਾਜੀ, ਜੀ ਜਿਹੜੇ ਪੰਜਾਬੀ ਨੇ ਆਪਣੇ ਪੰਜਾਬ ਦੇ ਨੇ ਜਾਂ ਜਿਹੜੇ ਕਿਸਾਨ ਨੇ, ਜੀ 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 ਨਾ ਤਾਂ ਇਹਨਾਂ ਨੂੰ ਪਹਿਲਾਂ ਕੋਈ ਤੋੜ ਸਕਿਆ, ਨਾ ਕੋਈ ਹੁਣ ਤੋੜ ਸਕਦਾ ਭਾਜੀ। ਕੋਈ ਨਹੀਂ ਤੋੜ ਸਕਦਾ ਇਹਨਾਂ ਨੂੰ, ਕੋਈ ਤਾਕਤ ਨਹੀਂ ਭਾਜੀ। ਇਹਨਾਂ ਨੇ ਤਾਂ ਬੱਟ ਨਹੀਂ ਕਦੇ ਛੱਡੀ ਹੈਗੀ ਭਾਜੀ, ਕਦੇ ਬੱਟ ਨਹੀਂ ਇਹਨਾਂ ਨੇ ਛੱਡੀ, ਪਰ ਇਹ ਆਪਣੀ ਜ਼ਮੀਨ ਛੱਡ ਦੇਣਗੇ ਜੀ। ਭਾਜੀ ਅਸੀਂ ਇੱਕ ਜਵੈਲਰੀ ਦਾ ਕੰਮ ਕਰਦੇ ਆ, ਵੱਡੇ ਭਾਈ ਸਾਹਿਬ ਸਾਡੇ ਸ਼ੋਰੂਮ ਤੇ ਬਹਿੰਦੇ ਨੇ ਜਵੈਲਰੀ ਦੇ। ਜੇ ਅੱਜ ਕਿਸਾਨ ਕੋਲ 2 ਪੈਸੇ ਆਉਣਗੇ, ਜਿਵੇਂ ਭਾਈ ਸਾਹਿਬ ਸਾਡੇ ਕਿਸਾਨੀ ਕਰਦੇ ਨੇ, ਸਾਡੇ ਗਾਹਕ ਵੀ ਨੇ ਇਹ, ਜੀ ਸਾਡੇ ਕੋਲ ਆਉਂਦੇ ਨੇ, ਜੇ ਇਹਨਾਂ ਕੋਲ 2 ਪੈਸੇ ਆਉਣਗੇ ਤਾਂ ਕੋਈ ਸੋਨੇ ਦੀ ਚੀਜ਼ ਕਰਾਉਣਗੇ, ਤਾਂ ਕੋਈ ਕੁੜੀ ਦੇ ਵਿਆਹ 'ਚ ਗਹਿਣਾ ਪਾਉਣਗੇ। ਜਿਹੜੇ ਸਾਡੇ ਕੋਲ ਪੈਸੇ ਆਉਣਗੇ ਤਾਂ ਅਸੀਂ ਕੋਈ ਉਹਦੀ ਸਬਜ਼ੀ ਭਾਜੀ ਖਰੀਦਾਂਗੇ, ਜੀ ਤਾਂ ਕੋਈ ਅਸੀਂ ਕੱਪੜਾ ਲੀੜਾ ਖਰੀਦਾਂਗੇ ਭਾਜੀ। ਜੇ ਪੈਸਾ ਹੀ ਨਹੀਂ ਆਊਗਾ ਭਾਜੀ ਕਿਸੇ ਪਾਸਿਓਂ ਤਾਂ ਖਰੀਦਣਗੇ ਕਿਸੇ ਪਾਸਿਓਂ, ਕਿੱਥੋਂ ਖਰੀਦਣਗੇ? ਹੁਣ ਇੱਕ ਦੁੱਧ ਲੈਂਦੇ ਆਪਾਂ, ਜੇ ਇੱਕ ਛੋਟਾ ਕਿਸਾਨ ਜਿਹੜਾ ਛੋਟਾ ਜਿਹਦੇ ਕੋਲ ਕੋਈ ਜ਼ਮੀਨ ਨਹੀਂ ਹੈਗੀ, ਉਹ ਜ਼ਮੀਨਾਂ ਵਾਲੇ ਕੋਲ ਜਾਊਗਾ, ਖੇਤੀਬਾੜੀ 'ਚ ਉੱਥੋਂ ਕੁਛ ਵੱਢ ਕੇ ਲੈ ਕੇ ਆਊਗਾ, ਨੈਚੁਰਲ ਹੈ ਵੀ ਕੁਛ ਲੈ ਕੇ ਆਊਗਾ, ਤਾਂ ਉਹ ਆਪਣੇ ਪਸ਼ੂ ਨੂੰ ਕੱਖ ਕੰਡਾ ਪਾਊਗਾ। ਅਮਰੀਕਾ ਵਾਲਿਆਂ ਕੋਲ ਬੜੇ ਬੜੇ ਖੇਤ ਨੇ ਭਾਜੀ, ਇੱਥੇ ਸਾਡੇ ਕੋਲ ਛੋਟੇ ਛੋਟੇ ਖੇਤ ਨੇ, ਛੋਟੇ ਕਿਸਾਨ ਨੇ, ਛੋਟੇ ਮਜ਼ਦੂਰ ਨੇ, ਜ਼ਮੀਨਾਂ ਘੱਟ ਨੇ, ਉਹਨਾਂ ਕੋਲ ਹਜ਼ਾਰਾਂ ਕਿੱਲੇ ਨੇ, ਹਜ਼ਾਰਾਂ ਕਿੱਲਿਆਂ ਦੀ ਖੇਤੀ ਹੁੰਦੀ ਆ ਉੱਥੇ ਭਾਜੀ। ਕਿਸਾਨ ਨੇ ਜਿਹੜਾ ਪੰਜਾਬ ਦਾ ਕਿਸਾਨ ਹੈ, ਜਦੋਂ ਤਾਂ ਲੋੜ ਸੀ ਇਹ ਗੌਰਮੈਂਟ ਨੂੰ ਲੋੜ ਸੀ, ਜਦੋਂ ਸਿਸਟਮ ਨੂੰ ਲੋੜ ਹੁੰਦੀ ਆ ਨਾ, ਸਿਸਟਮ ਨੂੰ, ਚਾਹੇ ਹੁਣ ਮੇਰੇ ਪਿਤਾ ਜੀ ਨੇ ਸਿਸਟਮ ਦੀ ਭੇਟ ਚੜ੍ਹ ਗਈ, ਜਦੋਂ ਤਾਂ ਉਹਨਾਂ ਨੂੰ ਲੋੜ ਹੁੰਦੀ ਹੈ ਤਾਂ ਉਹ ਕਰਦੇ ਨੇ ਆਓ ਭਗਤ। ਹੁਣ ਜਦੋਂ ਕਿਸਾਨਾਂ ਨੂੰ ਲੋੜ ਸੀ ਕਿ ਸਾਡੇ ਜਿਵੇਂ ਹੁਣ ਮੇਰੇ ਇੱਥੇ ਬੈਠੇ ਨੇ ਜਿੰਨੇ ਵੀ ਬਜ਼ੁਰਗ, ਜਦੋਂ ਤਾਂ ਕਿਸਾਨਾਂ ਨੂੰ ਲੋੜ ਸੀ ਤਾਂ ਕਹਿੰਦੇ ਹਰੀ ਕ੍ਰਾਂਤੀ ਲਿਆਓ, ਜੋ ਮੇਰੇ ਫਾਦਰ ਸਾਹਿਬ ਨੇ ਦੱਸਿਆ, ਹਰੀ ਕ੍ਰਾਂਤੀ ਲਿਆਓ, ਹਰੀ ਕ੍ਰਾਂਤੀ ਲਿਆਓ। ਪੰਜਾਬ ਦੇ ਕਿਸਾਨਾਂ ਨੇ ਮਾਰੂਥਲ ਨੂੰ ਉਪਜਾਊ ਬਣਾਇਆ। ਅੱਜ ਤੁਸੀਂ ਕਹਿੰਦੇ ਹੋ ਜ਼ਮੀਨਾਂ ਛੱਡ ਦਿਓ ਭਾਜੀ, ਕਿਹੜੇ ਹਿਸਾਬ ਨਾਲ, ਕਿਵੇਂ ਛੱਡ ਦਾਂਗੇ? ਉਹ ਉਹਨਾਂ ਦੀ ਮਾਂ ਹੈ, ਨਹੀਂ ਛੱਡ ਸਕਦੇ ਹੈਗੇ। ਉਹਨੂੰ ਉਪਜਾਊ ਕੀਤਾ, ਹਰੀ ਕ੍ਰਾਂਤੀ ਲਿਆ ਕੇ ਉਪਜਾਊ ਕੀਤਾ। ਇਹਨਾਂ ਦੇ ਬੱਬਰ ਭਰੇ, ਇਹ ਬੜੇ ਬੜੇ ਜਿਹੜੇ ਬੈਠੇ ਨੇ ਇਹਨਾਂ ਦੇ ਬੱਬਰ ਭਰੇ ਨੇ, ਉਹ ਅਨਾਜ ਬਾਹਰ ਭੇਜਿਆ ਇਹਨਾਂ ਨੇ, ਪੈਸਾ ਆਇਆ ਉਹ ਤੋਂ ਉੱਤੋਂ, ਖਾਧਾ ਇਹਨਾਂ ਨੇ। ਹਜ਼ਾਰਾਂ ਟਨ ਚੋਰੀ ਵੀ ਕੀਤਾ, ਸਾਲੇ ਚੋਰ ਨੇ ਇਹ ਸਾਰੇ, ਚੋਰ ਵੀ ਕਰ ਲਿਆ ਇਹਨੇ, ਚੋਰੀ ਵੀ ਕੀਤਾ। ਤੁਸੀਂ ਦੇਖ ਲਓ ਨਾ, ਬਹੁਤ ਸਾਰੀਆਂ ਬੋਰੀਆਂ ਜੀ ਖਰਾਬ ਹੋ ਜਾਂਦੀਆਂ ਨੇ ਅਨਾਜ ਦੀਆਂ, ਪਰ ਕੌਣ ਉਗਾਉਂਦਾ? ਕਿਸਾਨ। ਹਰੀ ਕ੍ਰਾਂਤੀ ਕਿਹਨੇ ਲਿਆਂਦੀ? ਕਿਸਾਨ ਨੇ। ਅੱਜ ਸਾਰਾ ਕੁਝ ਹੋ ਗਿਆ, ਉਪਜਾਊ ਹੋ ਗਈ। ਅੱਜ ਹੋਰ ਸਟੇਟਾਂ, ਹੋਰ ਕੰਟਰੀਆਂ ਤੋਂ ਸਾਧਨ ਹੋ ਗਏ ਲਿਆਉਣ ਦੇ ਅਨਾਜ। ਅੱਜ ਹੋਰ ਕੰਟਰੀਆਂ ਤੋਂ, ਜੋ ਮੇਰੇ ਫਾਦਰ ਸਾਹਿਬ ਨੇ ਮੈਨੂੰ ਦੱਸਿਆ, ਮੈਨੂੰ ਸ਼ਾਇਦ ਇੰਨੀ ਨੌਲੇਜ ਨਹੀਂ ਹੈਗੀ, ਜੋ ਮੇਰੇ ਫਾਦਰ ਸਾਹਿਬ ਨੇ ਦੱਸਿਆ, ਹੋਰ ਕੰਟਰੀਆਂ ਤੋਂ ਅਨਾਜ ਲਿਆਉਣ ਜੋਗੇ ਹੋ ਗਏ। ਅੱਜ ਇਹ ਕਹਿੰਦੇ ਨੇ ਜੀ ਆਹ ਕਾਨੂੰਨ ਲਾਗੂ ਕਰ ਦਿਓ ਜੀ, ਆਹ ਕਾਨੂੰਨ ਲਾਗੂ ਕਰ ਦਿਓ। ਜਿਹੜੇ ਹੁਣ ਸ਼ਹੀਦ ਭਗਤ ਸਿੰਘ ਹੋਣੀ ਸੀਗੇ, ਉਹ ਕ੍ਰਾਂਤੀਕਾਰੀ ਲੜਦੇ ਮਰ ਗਏ। ਇਹ ਕਾਨੂੰਨ ਬਣਾਉਂਦੇ ਨੇ, ਸਾਡੇ ਤੇ ਲਾਗੂ ਕਰਦੇ ਨੇ, ਕਿਸਾਨਾਂ ਤੇ ਲਾਗੂ ਕਰਦੇ ਨੇ ਕਾਨੂੰਨ। ਇਹ ਤੁਸੀਂ ਦੱਸੋ ਭਾਜੀ, ਕੀ ਇਹ ਕਾਨੂੰਨ ਲਾਗੂ ਹੋਣੇ ਚਾਹੀਦੇ ਨੇ? ਬਿਲਕੁਲ ਨਹੀਂ ਹੋਣੇ ਚਾਹੀਦੇ। ਅਸੀਂ ਤਾਂ ਆਪ ਇਹਨਾਂ ਦੇ ਲਈ ਡਟੇ ਹੋਏ ਆ। ਇਸੇ ਲਈ ਇਸ ਜਿਹੜਾ ਯੋਧਾ ਉੱਥੇ ਪਹੁੰਚਿਆ ਸੀ ਵੀ ਯਾਰ ਜ਼ਮੀਨ ਵੀ ਨਹੀਂ ਸੀ ਪਰ ਫਿਰ ਵੀ ਉੱਥੇ ਪੁੱਜੇ ਹੋਏ ਸੀ, ਤਾਂ ਉਸ ਯੋਧੇ ਨੂੰ ਅਸੀਂ ਸਲਾਮ ਕਰਦੇ ਹਾਂ। ਅੰਕਲ ਜੀ ਹੋਰੀ ਵੀ ਬੈਠੇ ਨੇ, ਸੋ ਤੁਸੀਂ ਕੀ ਕਹਿੰਦੇ ਹੋ ਜੀ, ਜੋ ਮਤਲਬ ਕਿ ਜ਼ਮੀਨ ਵੀ ਨਹੀਂ ਹੈ ਜੀ ਤੇ ਪਰ ਫਿਰ ਵੀ ਕਦੇ ਜਾਂਦੇ ਆ, ਜੋ ਕੀ ਕਹਿੰਦੇ ਹੋ ਤੁਸੀਂ? ਮੈਂ ਭਾਰਤੀ ਕਿਸਾਨ ਯੂਨੀਅਨ ਦਾ ਖੰਨਾ ਤੋਂ ਵਰਕਰ ਹਾਂ ਜੀ। ਹਾਂਜੀ। ਤੇ ਸਾਨੂੰ ਬਹੁਤ ਬੜਾ ਘਾਟਾ ਪਿਆ। ਸਾਡੇ ਅੰਕਲ ਜੀ ਧੜਕ ਯੋਧੇ ਸੀਗੇ, ਸਾਡੇ ਨਾਲ ਮਿਲ ਕੇ ਕੰਮ ਕਰਦੇ ਨੇ 20-22 ਸਾਲ ਦੇ। 25 ਤਰੀਕ ਨੂੰ ਜਦੋਂ ਪੰਜਾਬ ਬੰਦ ਹੋਇਆ, ਇਹਨੇ ਸਾਨੂੰ ਸਾਰਿਆਂ ਨੂੰ ਇਕੱਠੇ ਕਰਕੇ ਸੜਕ ਦੇ ਉੱਤੇ ਧਰਨਾ ਲਾਇਆ। ਅਸੀਂ ਨਜ਼ਮਾਂ ਵੀ ਲਾਈਆਂ ਨੇ ਇਹਨੇ ਇੱਥੇ ਖੜ੍ਹ ਕੇ। ਉਸ ਯੋਧੇ ਨੂੰ ਮੈਂ ਆਪਣੇ ਵੱਲੋਂ ਤੇ ਆਪਣੇ ਮਤਲਬ ਪਰਿਵਾਰ ਵੱਲੋਂ, ਪਿੰਡ ਵੱਲੋਂ
ਨਮਸਕਾਰ ਕਰਦਾ। ਸੋ ਜ਼ਰੂਰ ਅਸੀਂ ਇੱਥੇ ਬੈਠੇ ਉਹਨਾਂ ਨੂੰ ਸਲਾਮ ਕਰਦੇ ਹਾਂ, ਪਰ ਮੈਨੂੰ ਪੂਰਾ ਯਕੀਨ ਹੈ ਵੀ ਤੁਸੀਂ ਆਪਣੇ ਟੀਵੀਆਂ ਦੇ ਉੱਤੇ ਜਾਂ ਮੋਬਾਈਲਾਂ ਦੇ ਉੱਤੇ ਵੀ ਵੇਖ ਰਹੇ ਹੋ ਤਾਂ ਉੱਥੋਂ ਜ਼ਰੂਰ ਸਲਾਮ ਕਰੋਗੇ ਰਵੀ ਜੀ ਨੂੰ। ਉਹ ਇਨਸਾਨ ਯੋਧਾ ਹੁੰਦਾ ਹੈ, ਉਹ ਇਨਸਾਨ ਸੂਰਬੀਰ ਹੁੰਦਾ ਹੈ ਜਿਹੜਾ ਜ਼ਿੰਦਗੀ ਨੂੰ ਆਪਣੇ ਲਈ ਨਹੀਂ ਬਲਕਿ ਦੂਜਿਆਂ ਦੇ ਲਈ ਜਿਉਂਦਾ ਹੈ। ਸੋ ਅਜਿਹੇ ਸ਼ਖਸੀਅਤ ਦੇ ਮਾਲਕ ਸਨ ਰਵੀ ਜੀ, ਅਤੇ ਉਹਨਾਂ ਲੋਕਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ ਜਿਹੜੇ ਲੋਕ ਵੰਡਣ ਲਈ ਤੁਰੇ ਹੋਏ ਨੇ। ਖਾਸ ਤੌਰ 'ਤੇ ਕੇਂਦਰ ਦੀ ਸਰਕਾਰ ਨੂੰ ਜ਼ਰੂਰ ਕਹਾਂਗੇ ਵੀ ਜੇਕਰ ਇਸ ਤਰ੍ਹਾਂ ਕਾਨੂੰਨ ਆਉਂਦੇ ਰਹੇ ਜਾਂ ਇਸ ਤਰ੍ਹਾਂ ਬਹੁਤ ਸਾਰੇ ਕਿਸਾਨ ਭਰਾ ਹੈਗੇ ਨੇ ਸ਼ਹੀਦੀਆਂ ਪ੍ਰਾਪਤ ਕਰ ਰਹੇ ਨੇ, ਅਤੇ ਫਿਰ ਲੇਖਾ ਧਰਮਰਾਜ ਲੈਂਦਾ ਅਤੇ ਉਹ ਵਿਆਜ ਦੇ ਸਣੇ ਲੈਂਦਾ ਹੈ, ਅਤੇ ਉਹ ਉਸ ਮੌਤ ਨੂੰ ਜ਼ਰੂਰ ਯਾਦ ਰੱਖੇ ਕਿਉਂਕਿ ਵੱਡੇ ਵੱਡੇ ਖੱਬੀ ਖਾਂ ਔਰੰਗਜ਼ੇਬ ਵਰਗੇ ਤੁਰਦੇ ਬਣੇ ਅਤੇ ਉਹਨਾਂ ਦਾ ਹਸ਼ਰ ਇੱਥੇ ਵੀ ਕੀ ਹੁੰਦਾ ਹੈ ਅਤੇ ਉੱਥੇ ਵੀ ਕੀ ਹੁੰਦਾ ਹੋਏਗਾ। ਉਸ ਚੀਜ਼ ਨੂੰ ਧਿਆਨ ਦੇ ਵਿੱਚ ਜ਼ਰੂਰ ਰੱਖਣ। ਅਤੇ ਦੂਜਾ, ਕਿਸਾਨ ਜਥੇਬੰਦੀਆਂ ਦੇ ਪ੍ਰਧਾਨ ਸਾਹਿਬਾਨਾਂ ਨੂੰ, ਮੀਡੀਆ ਨੂੰ, ਬੇਸ਼ੱਕ ਅਸੀਂ ਪੰਜਾਬ ਦੇ, ਮੈਂ ਆਪਣੇ ਸਣੇ ਕਹਿੰਦਾ ਵੀ ਅਸੀਂ ਜ਼ਰੂਰ ਹੁਣ ਧਿਆਨ ਕਰੀਏ ਯਾਰ, ਬਹੁਤ ਰੂਹਾਂ ਤੁਰ ਗਈਆਂ ਨੇ। ਰਵੀ ਜੀ ਵਰਗੇ ਲੋਕ, ਰਵੀ ਜੀ ਵੀ ਚਲੇ ਗਏ ਆ, ਅਤੇ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਸਣੇ ਮੇਰੀ ਵੀ ਅਸੀਂ ਇਸ ਸੰਘਰਸ਼ ਨੂੰ ਹੁਣ ਫਤਿਹ ਕਰਵਾਉਣਾ ਹੈ। ਕਿਤੇ ਦੇਖਿਓ ਵੀਡੀਓ, ਗਲਤੀ ਨਾ ਕਰ ਦਿਓ, ਕੋਈ ਗਦਾਰੀ ਨਾ ਕਰ ਲਿਓ, ਕਿਸੇ ਤਰ੍ਹਾਂ ਦੀ ਕੋਈ ਵੱਡੀ ਗਲਤੀ ਨਾ ਹੋ ਜੇ। ਉਹ ਸੋਚ ਸਮਝ ਸਾਨੂੰ ਆਪਣੇ ਵਿੱਚ ਵੀ ਰੱਖਣੀ ਪੈਣੀ ਹੈ। ਇਹ ਇਸੇ ਤਰ੍ਹਾਂ ਫਿਰ ਇਹਨਾਂ ਵੀਰਾਂ ਦੀ, ਇਹਨਾਂ ਯੋਧਿਆਂ ਦੀ, ਇਹਨਾਂ ਬਜ਼ੁਰਗਾਂ ਦੀ ਜੋ ਸ਼ਹਾਦਤ ਹੈ ਉਸ ਦਾ ਮੁੱਲ ਪਊਗਾ, ਨਹੀਂ ਤਾਂ ਫਿਰ ਅਸੀਂ ਮਿੱਟੀ ਕਰ ਦਾਂਗੇ ਇਹਨਾਂ ਦੀ ਸ਼ਹਾਦਤ ਨੂੰ, ਅਸੀਂ ਮਿੱਟੀ ਨਹੀਂ ਹੋਣ ਦੇਵਾਂਗੇ। ਰਵੀ ਜੀ ਦੀ ਆਤਮਾ ਦੀ ਸ਼ਾਂਤੀ ਦੇ ਲਈ ਪਰਿਵਾਰ ਨੂੰ ਭਾਣਾ ਮੰਨਣ ਦਾ ਪਰਮਾਤਮਾ ਬਲ ਬਖਸ਼ੇ, ਇਹ ਅਸੀਂ ਅਰਦਾਸ ਕਰਦੇ ਹੋਏ ਤੁਹਾਡੇ ਤੋਂ ਇਜਾਜ਼ਤ ਮੰਗਦੇ ਹਾਂ। ਧੰਨਵਾਦ।